ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਅੱਜ ਆਪਣੇ ਐਨਸੀਈਆਰਟੀ ਰਾਜਨੀਤੀ ਦੇ ਆਖਰੀ ਲੈਕਚਰ ਵਿੱਚ ਡੇ 9 ਲੈਕਚਰ 8। ਅੱਜ ਆਪਣੀ ਰਾਜਨੀਤੀ ਖਤਮ ਹੋ ਜਾਣੀ ਹੈ। ਜੋ ਬਾਕੀ ਆਪਣੇ ਦੋ ਲੈਕਚਰ ਹੈ ਉਹ ਆਪਾਂ ਜੀਓਗ੍ਰਾਫੀ ਖਤਮ ਕਰਨ ਤੇ ਹੀ ਇਸਤੇਮਾਲ ਕਰਾਂਗੇ। ਜੀਓਗ੍ਰਾਫੀ ਨੂੰ ਖਤਮ ਕਰਨ ਤੇ ਇਸਤੇਮਾਲ ਕਰਾਂਗੇ। ਜੀਓਗ੍ਰਾਫੀ ਥੋੜੀ ਜ਼ਿਆਦਾ ਡਿਟੇਲਡ ਹੈ। ਤਾਂ ਹੁਣ ਸਭ ਤੋਂ ਪਹਿਲਾਂ ਅੱਜ ਜਿਹੜਾ ਆਪਾਂ ਲੈਕਚਰ ਕਵਰ ਕਰਨਾ ਕਿ ਹੁਣ ਆਪਣਾ ਜਿਹੜਾ ਸਾਰਾ ਸੰਵਿਧਾਨ ਸੀ ਉਹ ਬਣਿਆ ਕਿੱਦਾਂ ਸੀ, ਤੇ ਉਸ ਤੋਂ ਬਾਅਦ ਆਪਾਂ ਜਿਹੜਾ ਭਾਰਤ ਦਾ ਪ੍ਰੀਐਮਬਲ ਹੈ ਆਪਣੇ ਸੰਵਿਧਾਨ ਦਾ, ਆਪਾਂ ਉਸ ਬਾਰੇ ਵੀ ਥੋੜਾ ਜਿਹਾ ਉਹਦੇ ਉੱਤੇ ਵੀ ਆਪਾਂ ਰੌਸ਼ਨੀ ਪਾਵਾਂਗੇ, ਉਹਦੇ ਵੀ ਪ੍ਰੋਵੀਜ਼ਨਸ ਪੜਾਂਗੇ ਤੇ ਉਹਦੀ ਕੀ ਇੰਪੋਰਟੈਂਸ ਹੈ ਇਹ ਵੀ ਜਾਣਾਂਗੇ। ਦੇਖੋ ਜਿਹੜਾ ਭਾਰਤ ਦਾ ਸੰਵਿਧਾਨ ਸੀ ਆਪਣੇ ਆਪ 'ਚ ਬਹੁਤ ਸਾਰੇ ਜਿਹੜੀ ਦੁਨੀਆ ਵਿੱਚ ਕ੍ਰਾਂਤੀ ਅੰਦੋਲਨ ਇਹ ਸਭ ਕੁਝ ਹੋਏ ਹੈ, ਇਹਨਾਂ ਤੋਂ ਬਹੁਤ ਇਨਸਪੀਰੇਸ਼ਨ ਆਪਾਂ ਨੂੰ ਮਿਲੀ ਹੈ। ਜਿਵੇਂ ਜਦੋਂ ਫਰਾਂਸ ਵਿੱਚ ਕ੍ਰਾਂਤੀ ਹੋਈ ਸੀ ਉਹਨਾਂ ਦੇ ਦੇਖੋ ਤਿੰਨ ਸਲੋਗਨ ਸੀਗੇ ਜਿਨ੍ਹਾਂ ਤੇ ਉਹਨਾਂ ਨੇ ਪੂਰੀ ਕ੍ਰਾਂਤੀ ਲੜੀ ਸੀ। ਉਹ ਸੀਗਾ ਆਜ਼ਾਦੀ, ਬਰਾਬਰਤਾ ਤੇ ਭਾਈਚਾਰਾ। ਇਹ ਤਿੰਨ ਮੋਟੋ ਸੀਗੇ ਉਹਨਾਂ ਦੇ ਜੋ ਉਹਨਾਂ ਨੇ ਅਚੀਵ ਕਰਨ ਦਾ ਸੋਚਿਆ ਸੀ। ਇਹ ਤਿੰਨ ਚੀਜ਼ਾਂ ਉਹਨਾਂ ਨੇ ਆਪਣਾ ਲਕਸ਼ ਬਣਾਇਆ ਸੀ। ਹੁਣ ਇਹਦਾ ਮਤਲਬ ਕੀ ਹੁੰਦਾ, ਦੇਖੋ ਆਜ਼ਾਦੀ ਨਾਲ ਇੱਕ ਹੋਰ ਚੀਜ਼ ਨੂੰ ਆਪਾਂ ਕੰਪੇਅਰ ਕਰਦੇ ਹਾਂ, ਉਹ ਹੈਗੀ ਆ ਖੁਦ ਮੁਖਤਿਆਰੀ। ਖੁਦ ਮੁਖਤਿਆਰੀ ਦਾ ਆਪਣੇ ਆਪ ਚ ਮਤਲਬ ਹੁੰਦਾ ਜਿਹਨੂੰ ਆਪਾਂ ਫਰੀडम ਕਹਿ ਦਿੰਦੇ ਆ। ਇਹ ਵੀ ਇੱਕ ਆਜ਼ਾਦੀ ਦਾ ਹੀ ਤਰੀਕਾ ਹੈ ਤੇ ਆਜ਼ਾਦੀ ਇਹਨੂੰ ਆਪਾਂ ਲਿਬਰਟੀ ਵੀ ਕਹਿ ਦਿੰਦੇ ਆ ਇੰਗਲਿਸ਼ ਵਿੱਚ। ਇਹ ਦੋ ਚੀਜ਼, ਇਹ ਦੋਨਾਂ ਦੇਖੋ ਆਜ਼ਾਦੀ ਆਪਾਂ ਵੈਸੇ ਪੰਜਾਬੀ ਵਿੱਚ ਦੋਨੋਂ ਚੀਜ਼ਾਂ ਨੂੰ ਹੀ ਆਜ਼ਾਦੀ ਰੈਫਰ ਕਰ ਦਿੰਦੇ ਆ। ਆਜ਼ਾਦੀ ਫਰੀडम ਇਕੱਠੇ ਆਪਾਂ ਰੈਫਰ ਕਰ ਦਿੰਦੇ ਆ। ਪਰ ਜਿਹੜੀ ਫਰੀडम ਹੁੰਦੀ ਹੈ ਨਾ, ਖੁਦ ਮੁਖਤਿਆਰੀ, ਇਹ ਥੋੜੀ ਜੀ ਅੱਡ ਚੀਜ਼ ਹੈ। ਕਿੱਦਾਂ ਅੱਡ ਚੀਜ਼ ਹੈ? ਦੇਖੋ ਫਰੀडम ਜਾਂ ਜਿਹਨੂੰ ਆਪਾਂ ਖੁਦ ਮੁਖਤਿਆਰੀ ਕਵਾਂਗੇ, ਇਹਦਾ ਮਤਲਬ ਹੁੰਦਾ ਕਿ ਬਿਨਾਂ ਕਿਸੇ ਲਿਮਿਟ ਤੋਂ ਆਜ਼ਾਦੀ, ਮੈਂ ਜੋ ਕਰਨਾ ਚਾਹਨਾ ਮੈਂ ਕਰ ਸਕਦਾ। ਪਰ ਇਦਾਂ ਜਿਵੇਂ ਸਾਰੀ ਦੁਨੀਆ ਹਰ ਬੰਦੇ ਨੂੰ ਜਿੰਨੀ ਮਰਜ਼ੀ ਆਜ਼ਾਦੀ ਦੇਣ ਲੱਗਿਆ, ਆਪਣੇ ਸਮਾਜ ਵਿੱਚ ਕਈ ਇਦਾਂ ਦੇ ਵੀ ਲੋਕ ਹੈ ਜੋ ਇਸ ਚੀਜ਼ ਦਾ ਇਹ ਫਾਇਦਾ ਚੱਕਣਗੇ ਕਿ ਲੋਕਾਂ ਨੂੰ ਮਾਰ ਦਈਏ ਤੇ ਉਹਨਾਂ ਦਾ ਸਾਰਾ ਕੁਝ ਲੁੱਟ ਲਈਏ। ਠੀਕ ਹੈ, ਪਰ ਮੇਰੀ ਆਜ਼ਾਦੀ ਹੈ ਨਾ ਕਿ ਮੈਂ ਆਜ਼ਾਦੀ ਨਾਲ ਆਰਾਮ ਨਾਲ ਬਿਨਾਂ ਡਰੇ ਘੁੰਮ ਫਿਰ ਸਕਾਂ, ਮੈਨੂੰ ਕੋਈ ਮਾਰ ਨਾ ਦਵੇ। ਸੇਮ ਆਜ਼ਾਦੀ ਤੁਹਾਡੀ ਵੀ ਹੋਣੀ ਚਾਹੀਦੀ ਹੈ। ਮੇਰੀ ਆਜ਼ਾਦੀ ਉੱਥੇ ਖਤਮ ਹੋ ਜਾਣੀ ਚਾਹੀਦੀ ਹੈ ਜਿੱਥੇ ਤੁਹਾਡੇ ਨੱਕ ਦੀ ਸੀਧ ਆ ਗਈ। ਜੇ ਮੇਰਾ ਹੱਥ ਤੁਹਾਡੇ ਨੱਕ ਤੇ ਵੱਜ ਗਿਆ ਯਾਨੀ ਕਿ ਮੈਂ ਗਲਤ ਹੈ। ਤਾਂ ਇਹ ਚੀਜ਼ ਫਰਕ ਪਿਆਉਂਦੀ ਹੈ ਆਜ਼ਾਦੀ ਦੇ ਅੰਦਰ। ਆਜ਼ਾਦੀ ਹੁੰਦਾ ਕੁਝ ਕਾਨੂੰਨ ਹੋਣਗੇ, ਕੋਈ ਲਿਮਿਟੇਸ਼ਨ ਹੋਊਗੀ, ਕੋਈ ਬਾਉਂਡਰੀ ਬਣੂਗੀ ਜਿਹਦੇ ਅੰਦਰ ਅੰਦਰ ਤੁਸੀਂ ਆਜ਼ਾਦੀ ਹੋ। ਜਿਵੇਂ ਮਤਲਬ ਮੈਂ ਹੱਥ ਹਿਲਾ ਸਕਦਾ, ਪਰ ਮੇਰੇ ਹੱਥ ਹਿਲਾਉਣ ਦਾ ਕਦੇ ਵੀ ਇਹ ਮਤਲਬ ਇਹ ਨਹੀਂ ਹੋ ਸਕਦਾ ਕਿ ਮੈਂ ਤੁਹਾਡੇ ਮਾਰ ਸਕਾਂ। ਠੀਕ ਹੈ, ਤਾਂ ਉਹ ਮੇਰੀ ਆਜ਼ਾਦੀ ਹੈ ਕਿ ਮੈਂ ਬਸ ਹੱਥ ਹਿਲਾ ਰਿਹਾ। ਤੁਹਾਡੀ ਆਜ਼ਾਦੀ ਹੈ ਕਿ ਮੇਰਾ ਹੱਥ ਤੁਹਾਡੇ ਤੇ ਲੱਗੇ। ਖੁਦ ਮੁਖਤਿਆਰੀ ਦਾ ਮਤਲਬ ਹੈ ਜੋ ਬੰਦਾ ਜੋ ਮਰਜ਼ੀ ਚਾਹੇ ਉਹ ਕਰਦਾ ਰਹੇ। ਤਾਂ ਇਹ ਆਪਣੇ ਆਪ ਚ ਗਲਤ ਹੋ ਜਾਂਦੀ ਹੈ। ਤਾਂ ਇਹ ਦੋਨਾਂ ਚ ਹਮੇਸ਼ਾ ਫਰਕ ਯਾਦ ਰੱਖਿਓ। ਤੇ ਕਦੀ ਵਰਡ ਲਿਖਣਾ ਹੋਵੇ ਜਾਂ ਕਦੀ ਫਰਕ ਕਰਨ ਚ ਆ ਜੇ ਤਾਂ ਇਸ ਚੀਜ਼ ਨੂੰ ਕਲੀਅਰਲੀ ਕਨਸਟੀਟਿਊਸ਼ਨ ਮਤਲਬ ਪੇਪਰ ਦੇ ਅੰਦਰ ਡਿਫਾਈਨ ਕਰਕੇ ਆਇਓ। ਹੁਣ ਇਦੋਂ ਅੱਗੇ ਵਧਦੇ ਹੋਏ ਜਿਹੜੀ ਚੀਜ਼ ਹੈ ਉਹ ਹੈਗੀ ਹੈ ਤੁਹਾਡੀ ਬਰਾਬਰਤਾ। ਬਰਾਬਰਤਾ ਜਿਹਨੂੰ ਆਪਾਂ ਇਕੁਐਲਿਟੀ ਵੀ ਕਹਿ ਦਿੰਦੇ ਹਾਂ। ਇਹਦੇ ਬਾਰੇ ਆਪਾਂ ਲੈਕਚਰ 'ਚ ਅੱਗੇ ਵੀ ਗੱਲ ਕਰਾਂਗੇ। ਇਹਨੂੰ ਆਪਾਂ ਥੋੜਾ ਹੋਰ ਵਿਸਤਾਰ ਵਿੱਚ ਪੜਾਂਗੇ ਕਿਉਂਕਿ ਆਪਣੇ ਪ੍ਰੀਐਮਬਲ ਵਿੱਚ ਵੀ ਲਿਖੀ ਹੋਈ ਆ ਵੀ ਪ੍ਰੀਐਮਬਲ 'ਚ ਲਿਖਿਆ ਹੋਇਆ, ਆ ਵੀ ਲਿਖਿਆ ਹੋਇਆ, ਆ ਵੀ ਲਿਖਿਆ ਹੋਇਆ, ਤਿੰਨੋਂ ਚੀਜ਼ਾਂ ਲਿਖੀਆਂ ਹੋਈਆਂ ਇਹਦੇ ਉੱਤੇ ਆਪਾਂ। ਪਰ ਇਹਦਾ ਥੋੜਾ ਕੰਸੈਪਟ ਅੱਡ ਹੈ, ਉਹ ਮੈਂ ਤੁਹਾਨੂੰ ਅੱਡ ਇੱਕ ਪੇਜ ਤੇ ਸਮਝਾਊਂਗਾ। ਭਾਈਚਾਰੇ ਦਾ ਮਤਲਬ ਹੈ, ਦੇਖੋ ਇੱਕ ਤੁਹਾਨੂੰ ਸਕੂਲ ਵਿੱਚ ਯਾਦ ਹੋਊਗਾ ਇੱਕ ਇੰਗਲਿਸ਼ ਵਿੱਚ ਓਥ ਲਿੱਤੀ ਜਾਂਦੀ ਸੀ, ਆਲ ਇੰਡੀਅਨਸ ਆਰ ਮਾਈ ਬ੍ਰਦਰਸ ਐਂਡ ਸਿਸਟਰ। ਸਾਰੇ ਭਾਰਤ ਦੇ ਜਿੰਨੇ ਵੀ ਨਾਗਰਿਕ ਹੈ ਉਹ ਮੇਰੇ ਭਾਈ ਭੈਣ ਨੇ। ਇਹ ਕਿਉਂ ਬੁਲਵਾਈ ਜਾਂਦੀ ਸੀ? ਦੇਖੋ ਇਹ ਆਪਣੇ ਨਾ ਸਾਰੇ ਭਾਰਤ ਦੇ ਅੰਦਰ ਇੱਕ ਫੀਲਿੰਗ ਜਗਾਉਣ ਲਈ ਹੈ ਕਿ ਸਾਰੇ ਜਿੰਨੇ ਵੀ ਭਾਰਤ ਦੇ ਨਾਗਰਿਕ ਹੈ ਉਹ ਆਪਣੇ ਭੈਣ ਭਰਾ। ਇਹ ਕਿਉਂ ਜ਼ਰੂਰੀ ਹੈ? ਦੇਖੋ ਇਹ ਮੰਨਿਆ ਜਾਂਦਾ ਕਿ ਦੇਖੋ ਆਪਣੇ ਵਿੱਚੋਂ ਜੇ ਕੋਈ ਭੇਦਭਾਵ ਕਰ ਵੀ ਰਿਹਾ, ਆਪਾਂ ਸਭ ਤੋਂ ਘੱਟ ਭੇਦਭਾਵ ਕਦੋਂ ਕਰਾਂਗੇ? ਸਭ ਤੋਂ ਘੱਟ ਭੇਦਭਾਵ ਉਦੋਂ ਕਰਾਂਗੇ ਜਦੋਂ ਆਪਾਂ ਆਪਣੇ ਪਰਿਵਾਰ 'ਚ ਹੋਵਾਂਗੇ। ਆਪਣੇ ਪਰਿਵਾਰ ਨਾਲ ਆਪਾਂ ਸਭ ਤੋਂ ਘੱਟ ਭੇਦਭਾਵ ਕਰਾਂਗੇ ਜੇ ਆਪਾਂ ਕਰਦੇ ਵੀ ਹਾਂ ਤਾਂ ਇਸੇ ਲਈ ਕੋਸ਼ਿਸ਼ ਅਹਿਸਾਸ ਜਗਾ ਸਕੀਏ ਕਿ ਹਰ ਕੋਈ ਆਪਣੇ ਆਪ ਨੂੰ ਇੱਕੋ ਪਰਿਵਾਰ ਦਾ ਮੰਨੇ। ਹੁਣ ਜਿਸ ਹਰ ਬੰਦਾ ਆਪਣੇ ਆਪ ਨੂੰ ਇੱਕੋ ਪਰਿਵਾਰ ਦਾ ਮੰਨ ਰਿਹਾ ਉਹ ਦੂਜੇ ਨਾਲ ਭੇਦਭਾਵ ਨਹੀਂ ਕਰੂਗਾ ਤੇ ਸਾਰੇ ਮਿਲ ਕੇ ਇਕੱਠੇ ਰਹਿ ਪਾਣਗੇ। ਠੀਕ ਹੈ, ਕਿਉਂਕਿ ਆਪਣੇ ਇੱਥੇ ਜਿੰਨੀ ਡਾਇਵਰਸਿਟੀ ਹੈ, ਜਿੰਨੇ ਅੱਡ-ਅੱਡ ਧਰਮ ਹੈ, ਠੀਕ ਹੈ, ਹੋਰ ਬਹੁਤ ਸਾਰੇ ਫਰਕ ਆ ਆਪਣੇ ਵਿੱਚ, ਤਾਂ ਇਹ ਆਪਾਂ ਤਾਂ ਹੀ ਕੀ ਕਹਿੰਦੇ ਇਕੱਠੇ ਜੁੜ ਕੇ ਰਹਿ ਸਕਦੇ ਹਾਂ ਜੇ ਆਪਣੇ ਸਾਰਿਆਂ ਦਾ ਕੁਛ ਨਾ ਕੁਛ ਸਾਂਝਾ ਹੋਵੇ, ਉਹ ਆਪਣਾ ਭਾਈਚਾਰਾ ਹੋਊਗਾ ਕਿ ਆਪਾਂ ਸਾਰੇ ਭਾਰਤ ਨੂੰ ਹੀ ਬਿਲੋਂਗ ਕਰਦੇ ਹਾਂ।
ਇਸੇ ਤਰੀਕੇ ਨਾਲ ਜਦੋਂ ਅਮਰੀਕੀ ਇਨਕਲਾਬ ਹੋਇਆ ਸੀ, ਉਹਨਾਂ ਦੀ ਕ੍ਰਾਂਤੀ ਹੋਈ ਸੀ, ਉਹ 'ਚ ਕੀ ਗੱਲ ਹੋਈ ਸੀ ਕਿ ਦੇਖੋ ਉੱਥੇ ਲੋਕਾਂ ਨੇ ਆਵਾਜ਼ ਚੁੱਕੀ ਕਿ ਜਦ ਤੱਕ ਤੁਸੀਂ ਸਾਨੂੰ ਰਿਪ੍ਰੈਜ਼ੈਂਟੇਸ਼ਨ ਨਹੀਂ ਦਿੰਦੇ, ਪ੍ਰਤੀਨਿਧਤਾ ਨਹੀਂ ਦਿੰਦੇ, ਉਨੀ ਦੇਰ ਤੱਕ ਤੁਸੀਂ ਸਾਡੇ ਤੇ ਕੋਈ ਵੀ ਟੈਕਸ ਨਹੀਂ ਲਗਾ ਸਕਦੇ, ਲਗਾ ਸਕਦੇ। ਹਾਂ, ਜਿਹਨੂੰ ਆਪਾਂ ਕਾਰਾਤਾਨ ਕਹਿ ਸਕਦੇ ਹਾਂ, ਕੋਈ ਵੀ ਟੈਕਸ ਨਹੀਂ ਲਗਾ ਸਕਦੇ। ਇਹਦਾ ਕੀ ਮਤਲਬ ਸੀ? ਦੇਖੋ, ਇਹ ਇੱਕ ਡੈਮੋਕ੍ਰੇਸੀ ਨੂੰ, ਇੱਕ ਲੋਕਤੰਤਰ ਨੂੰ ਇਹੀ ਹਵਾ ਦਿੰਦਾ ਹੈ ਕਿ ਜਦ ਤੱਕ ਤੁਹਾਡੇ ਕੋਲ ਇਹ ਹੱਕ ਨਹੀਂ ਹੈ। ਦੇਖੋ ਉਦੋਂ ਕੀ ਸੀਗਾ, ਜਿਵੇਂ ਮੈਂ ਤੁਹਾਨੂੰ ਦੱਸਿਆ, ਅਮਰੀਕਾ ਇੱਕ ਆਪਣੇ ਸਿਰਫ 13 ਕਲੋਨੀਆਂ ਸੀਗੀਆਂ। ਇਹ 13 ਕਲੋਨੀਆਂ ਜਦੋਂ ਸਾਰੀਆਂ ਪ੍ਰੋਟੈਸਟ ਕਰਨ ਲੱਗੀਆਂ, ਇਸ ਗੱਲ ਤੇ ਹੀ ਪ੍ਰੋਟੈਸਟ ਕਰਨਾ ਇਹਨਾਂ ਨੇ ਸ਼ੁਰੂ ਕੀਤਾ ਸੀ, ਕਿਉਂਕਿ ਜਿਹੜਾ ਆਪਣਾ ਬ੍ਰਿਟਨ ਸੀ, ਉਹਨਾਂ ਨੇ ਇਹਨਾਂ ਉੱਤੇ ਟੈਕਸ ਲਗਾਉਣੇ ਸ਼ੁਰੂ ਕਰਤੇ ਸੀ, ਇਹ ਦਿਖਾਉਣ ਲਈ ਕਿ ਸਾਡੇ ਉੱਤੇ ਹੀ ਸਾਡਾ ਕੰਟਰੋਲ ਹੀ ਹੈ ਤੁਹਾਡੇ ਉੱਤੇ। ਇਹਦੇ ਖਿਲਾਫ ਅਮਰੀਕਾ ਦੇ ਲੋਕ ਖੜੇ ਹੋ ਗਏ ਸੀ ਕਿ ਦੇਖੋ, ਤੁਹਾਡੀ ਜਿਹੜੀ ਸੰਸਦ ਹੈ, ਉਹਦੇ ਅੰਦਰ ਤਾਂ ਸਾਡਾ ਕੋਈ ਬੰਦਾ ਨਹੀਂ ਹੈਗਾ, ਤੁਸੀਂ ਸਾਡੇ ਉੱਤੇ ਟੈਕਸ ਕਿੱਦਾਂ ਲਗਾਈ ਜਾਂਦੇ ਹੋ? ਸਾਨੂੰ ਪਹਿਲਾਂ ਰਿਪ੍ਰੈਜ਼ੈਂਟੇਸ਼ਨ ਤਾਂ ਦਿਓ, ਸਾਡੇ ਵੀ ਲੋਕਾਂ ਨੂੰ ਆਪਣੀ ਸੰਸਦ ਵਿੱਚ ਬਿਠਾਓ। ਓਰੀਜਨਲ ਡਿਮਾਂਡ ਉਹਨਾਂ ਦੀ ਇਹ ਸੀ। ਉੱਥੋਂ ਦੀ ਗੱਲ ਜੋ ਛਿੜੀ, ਉਹ ਕਰਦੇ ਕਰਾਂਦੇ ਉਹਨਾਂ ਦੀ ਪੂਰੀ ਕ੍ਰਾਂਤੀ ਦੀ ਗੱਲ ਬਣ ਗਈ ਤੇ ਪੂਰੀ ਆਜ਼ਾਦੀ ਤੇ ਗੱਲ ਉਹੀ ਗਈ ਸੀ। ਠੀਕ ਹੈ, ਫਿਰ ਇਹ ਸਾਰੀ ਚੀਜ਼ਾਂ ਇਸ ਤਰੀਕੇ ਨਾਲ ਹੋਈਆਂ ਸੀ। ਹੁਣ ਇਦੋਂ ਅੱਗੇ ਗੱਲ ਕਰੀਏ, ਜਿਹੜਾ ਆਪਣਾ ਖੁਦ ਦਾ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਜਿਹੜਾ ਆਪਣਾ ਸੰਘਰਸ਼ ਰਿਹਾ, ਉਹ ਤੋਂ ਵੀ ਆਪਾਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਸੰਵਿਧਾਨ ਲਈ ਸਿੱਖੀਆਂ। ਇਹਦੇ ਇਲਾਵਾ ਜੋ ਆਪਣੇ ਜਦ ਬ੍ਰਿਟਿਸ਼ ਰਾਜ ਆਪਣੇ ਉੱਤੇ ਰਿਹਾ ਵੀ ਆ, ਬ੍ਰਿਟਿਸ਼ ਰਾਜ ਦੇ ਟਾਈਮ ਬ੍ਰਿਟਿਸ਼ ਲੋਕਾਂ ਨੇ ਬਹੁਤ ਸਾਰੇ ਕਾਨੂੰਨ ਬਣਾਏ ਇੰਡੀਆ ਲਈ। ਉਹਨਾਂ ਨੇ ਸ਼ੁਰੂਆਤ ਕੀਤੀ ਸੀ 1772 ਦਾ ਐਕਟ ਬਣਾਇਆ ਸੀ। ਠੀਕ ਹੈ, ਕਰਦੇ ਕਰਾਂਦੇ ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀਗੇ 1909 ਦਾ, 1919 ਦਾ, 1935 ਦਾ। ਇਹ ਐਕਟ ਦੇ ਥਰੂ ਕਰਦੇ ਕਰਾਂਦੇ ਅੱਜ ਜੋ ਆਪਣੀ ਸਰਕਾਰ ਐਗਜ਼ਿਸਟ ਵੀ ਕਰਦੀ ਹੈ ਨਾ, ਜਿੱਦਾਂ ਦਾ ਆਪਣਾ ਪੂਰਾ ਢਾਂਚਾ ਐਗਜ਼ਿਸਟ ਕਰਦਾ ਹੈ, ਇਹ ਕਿਤੇ ਨਾ ਕਿਤੇ ਬ੍ਰਿਟਿਸ਼ ਨੇ ਇਹਦਾ ਇੱਕ ਮੂਲ ਢਾਂਚਾ ਬਣਾਤਾ ਸੀ ਉਹਨਾਂ ਨੇ। ਆਪਾਂ ਉਸੇ ਢਾਂਚੇ ਨੂੰ ਥੋੜਾ ਬਹੁਤਾ ਇੰਪਰੂਵ ਕੀਤਾ ਤੇ ਉਹਨੂੰ ਹੀ ਆਪਾਂ ਚਲਾ ਰਹੇ ਹਾਂ। ਇਦਾਂ ਕਿਉਂ? ਆਪਾਂ ਉਹਨੂੰ ਹੀ ਕਿਉਂ ਚਲਾ ਰਹੇ ਹਾਂ? ਦੇਖੋ, ਕਿਉਂਕਿ ਬ੍ਰਿਟਿਸ਼ ਰੂਲ ਇੰਨਾ ਲੰਬਾ ਚੱਲਿਆ, ਆਪਾਂ ਨੂੰ ਹੌਲੀ ਹੌਲੀ ਉਹ ਸਿਸਟਮ ਚਲਾਉਣਾ ਆ ਗਿਆ ਸੀ। ਆਪਣੇ ਜਿਹੜੇ ਜਿੰਨੇ ਵੀ ਪੋਲੀਟੀਸ਼ੀਅਨ ਸੀਗੇ, ਉਹਨਾਂ ਨੂੰ ਸਿਸਟਮ ਚਲਾਉਣਾ ਆ ਗਿਆ ਸੀ। ਤਾਂ ਭਾਰਤ ਨੂੰ ਇੱਕ ਸਟੇਬਿਲਿਟੀ ਦੇਣ ਲਈ, ਕਿ ਭਾਰਤ ਇੱਕ ਸਥਾਈ ਦੇਸ਼ ਬਣ ਜੇ, ਜਿੱਥੇ ਇਦਾਂ ਨਹੀਂ ਹੈ ਕਦੀ ਕੁਝ ਬਦਲ ਰਿਹਾ, ਕਦੀ ਕੁਝ ਬਦਲ ਰਿਹਾ, ਆਪਾਂ ਜਿਹੜਾ ਸਿਸਟਮ ਆਪਾਂ ਨੂੰ ਆਂਦਾ ਸੀ, ਆਪਾਂ ਉਹੀ ਕੰਟੀਨਿਊ ਕਰਨ ਦਾ ਸੋਚਿਆ ਕਿ ਇਹਨੂੰ ਹੀ ਆਪਾਂ ਅੱਗੇ ਚਲਾਉਂਦੇ ਰਹੀਏ। ਪਰ ਇਹਦਾ ਸਭ ਤੋਂ ਵੱਡਾ ਸਬੂਤ ਕੀ ਹੈ ਕਿ ਜਿਹੜਾ ਅੱਜ ਆਪਣਾ ਸੰਵਿਧਾਨ ਹੈ, ਉਹ ਕਿਤੇ ਨਾ ਕਿਤੇ ਆ ਜਿਹੜਾ ਆਖਰੀ ਐਕਟ ਸੀਗਾ ਨਾ 1935 ਦਾ, ਇਹ ਤੋਂ 80% ਮੇਲ ਖਾਂਦਾ ਹੈ। ਤਾਂ ਕਿਤੇ ਨਾ ਕਿਤੇ ਆਪਾਂ ਇਸੇ ਐਕਟ ਨੂੰ ਹੋਰ ਜ਼ਿਆਦਾ ਇਲੈਬੋਰੇਟ ਕੀਤਾ, ਹੋਰ ਜਗ੍ਹਾ ਤੋਂ ਆਈਡੀਆਜ਼ ਲਏ, ਹੋਰ ਜਿਹੜੇ ਹੱਕ ਪਾਣੇ ਸੀ, ਹੋਰ ਚੀਜ਼ਾਂ ਪਾਣੀਆਂ ਸੀ, ਉਹ ਪਾਈਆਂ। ਠੀਕ ਹੈ, ਕਈ ਚੀਜ਼ਾਂ ਜੋ ਬਦਲਣੀਆਂ ਸੀ ਉਹ ਬਦਲੀਆਂ ਵੀ ਹੈ, ਇਦਾਂ ਨਹੀਂ ਹੈ ਕਿ ਐਗਜ਼ੈਕਟਲੀ ਸੇਮ ਹੈ। ਕਰਦੇ ਕਰਾਂਦੇ ਆਪਾਂ ਟੋਟਲ ਕਰਕੇ 80% ਹੀ ਲਗ ਉਹੀ ਹੈ ਜੋ 1935 ਦਾ। ਤਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮੇਲ ਖਾਂਦਾ ਹੈ ਆਪਸ 'ਚ। ਉਹ ਇਸੇ ਲਈ ਕਿਉਂਕਿ ਇਹ ਸਿਸਟਮ ਬਹੁਤ ਪੁਰਾਣਾ ਸੀ, ਭਾਰਤ ਚੱਲ ਰਿਹਾ ਸੀ, ਇਹਨੂੰ ਚਲਾਉਣਾ ਆਉਂਦਾ ਸੀ, ਇਸ ਕਾਰਨ ਆਪਾਂ ਇਸ ਚੀਜ਼ ਨੂੰ ਕੰਟੀਨਿਊ ਕਰ ਲਿਆ। ਹੁਣ ਗੱਲ ਕਰੀਏ ਆਪਣਾ ਸੰਵਿਧਾਨ ਬਣਾਇਆ ਕਿਹਨੇ ਹੈ। ਦੇਖੋ, ਸੰਵਿਧਾਨ ਬਣਾਉਣ ਲਈ ਬਣੀ ਸੀ ਸੰਵਿਧਾਨ ਸਭਾ। ਸਭਾ ਬਹੁਤ ਸਾਰੇ ਮੈਂਬਰ ਇਲੈਕਟ ਕੀਤੇ ਗਏ, ਉਹਨਾਂ ਨੇ ਇੱਕ ਜਗ੍ਹਾ ਤੇ ਬੈਠੇ ਤੇ ਉਹਨਾਂ ਨੇ ਸੰਵਿਧਾਨ ਦੇ ਇੱਕ ਪ੍ਰੋਵੀਜ਼ਨ ਤੇ ਡਿਸਕਸ਼ਨ ਕੀਤੀਆਂ, ਕੀ ਪਾਣਾ ਹੈ ਕੀ ਨਹੀਂ ਪਾਣਾ ਆਪਣੇ ਸੰਵਿਧਾਨ ਦੇ ਅੰਦਰ। ਕਰਦੇ ਕਰਾਂਦੇ ਉਹਨਾਂ ਨੂੰ ਪੂਰਾ ਸੰਵਿਧਾਨ ਤਿਆਰ ਕੀਤਾ। ਦੇਖੋ, ਇਹਦੀ ਸ਼ੁਰੂਆਤ ਸਭ ਤੋਂ ਪਹਿਲਾਂ ਜਿਹਨੇ ਸਲਾਹ ਦਿੱਤੀ ਸੀ ਕਿ ਆਪਾਂ ਨੂੰ ਇਦਾਂ ਦਾ ਕੁਝ ਬਣਾਉਣਾ ਚਾਹੀਦਾ, ਉਹ 1934 ਵਿੱਚ ਜਿਹੜੇ ਐਮ.ਐਨ. ਰॉय ਸੀਗੇ। ਐਮ.ਐਨ. ਰॉय ਜਿਹੜੇ ਆਪਣੇ ਇੰਡੀਆ ਵਿੱਚ ਕਮਿਊਨਿਸਟ ਦੀ ਲਹਿਰ ਆਈ ਸੀ ਨਾ, ਜਿਹੜੀ ਸਮਾਜਵਾਦ ਦੀ ਲਹਿਰ ਆਈ ਸੀ, ਸਮਾਜਵਾਦ ਭਾਰਤ ਵਿੱਚ ਸ਼ੁਰੂ ਹੋਇਆ, ਉਹਦੇ ਪ੍ਰਮੁੱਖ ਲੀਡਰ ਇਹੀ ਸੀਗੇ। ਠੀਕ ਹੈ, ਉਹਨਾਂ ਨੇ ਕਮਿਊਨਿਸਟ ਪਾਰਟੀ ਆਫ ਇੰਡੀਆ ਵੀ ਫਾਊਂਡ ਉਹਨਾਂ ਨੇ ਕੀਤੀ ਸੀ, ਜੋ ਸੀਪੀਆਈ ਹੈ। ਤੇ ਉਹਨਾਂ ਨੇ ਹੀ ਸਭ ਤੋਂ ਪਹਿਲਾਂ ਸਲਾਹ ਦਿੱਤੀ ਸੀ ਕਿ ਭਾਰਤ ਲਈ ਇੱਕ ਸੰਵਿਧਾਨ ਬਣਨਾ ਚਾਹੀਦਾ ਤੇ ਉਹ ਸੰਵਿਧਾਨ ਨੂੰ ਬਣਾਉਣ ਲਈ ਇੱਕ ਸੰਵਿਧਾਨ ਸਭਾ ਹੋਣੀ ਚਾਹੀਦੀ ਹੈ। ਤਾਂ ਇਹ ਸਭ ਤੋਂ ਪਹਿਲੇ ਬੰਦੇ ਸੀ, ਕਦੇ ਕੁਐਸਚਨ ਆ ਜੇ, ਜਿਨ੍ਹਾਂ ਨੇ ਸੰਵਿਧਾਨ ਸਭਾ ਦੀ ਸਲਾਹ ਦਿੱਤੀ। ਇਹ ਤੋਂ ਬਾਅਦ 1935 ਵਿੱਚ ਪਹਿਲੀ ਵਾਰੀ ਜਿਹੜੀ ਤੁਹਾਡੀ ਕਾਂਗਰਸ ਹੈ, ਕਾਂਗਰਸ ਨੇ ਵੀ ਮੰਨ ਲਿਆ ਕਿ ਹਾਂ, ਆਪਾਂ ਨੂੰ ਸੰਵਿਧਾਨ ਸਭਾ ਚਾਹੀਦੀ ਹੈ। ਇਸ ਤੋਂ ਬਾਅਦ 1939 ਵਿੱਚ ਜਿਹੜੇ ਤੁਹਾਡੇ ਸੀ ਰਾਜਗੋਪਾਲਚਾਰੀ ਸੀਗੇ, ਉਹਨਾਂ ਨੇ ਕਿਹਾ ਕਿ ਜਿਹੜੀ ਆਹ ਸੰਵਿਧਾਨ ਸਭਾ ਬਣੂਗੀ, ਇਹ ਭਾਰਤ ਦੇ ਜ਼ਿਆਦਾਤਰ ਲੋਕਾਂ ਦੁਆਰਾ ਚੁਣੀ ਜਾਣੀ ਚਾਹੀਦੀ ਹੈ। ਠੀਕ ਹੈ, ਆਹੀ ਬਾਲਗਾਂ ਦੇ ਵੋਟ, ਯਾਨੀ ਕਿ ਜਿੰਨੇ ਵੀ ਆਪਣੇ ਅਡਲਟ ਫਰੈਂਚਾਈਜ਼ ਜਿਹੜੀ ਆਪਾਂ ਪੜ੍ਹੀ ਸੀ ਕਿ ਸਾਰੇ ਭਾਰਤ ਦੇ ਜਿੰਨੇ ਵੀ ਅਡਲਟ ਹੈ, ਉਹ ਵੋਟ ਪਾਣ ਤੇ ਉਹ ਚੁਣਨ ਕਿਹੜੇ ਲੋਕ
ਸੰਵਿਧਾਨ ਸਭਾ ਦਾ ਹਿੱਸਾ ਬਣਨਗੇ ਜਿਹੜੇ ਕਨਸਟੀਟਿਊਸ਼ਨ ਬਣਾਉਣਗੇ। ਠੀਕ ਹੈ, ਫਾਈਨਲੀ ਜਿੱਦਾਂ ਆਪਣੀ ਸੰਵਿਧਾਨ ਸਭਾ ਬਣੀ ਹੈ, ਉਹ ਬਣੀ ਸੀ ਜਿਹੜਾ ਆਪਣਾ ਕੈਬਨਿਟ ਮਿਸ਼ਨ ਆਇਆ ਸੀ 1946 ਵਿੱਚ। ਦੇਖੋ ਆਪਣੇ ਬ੍ਰਿਟਿਸ਼ ਨੇ ਸਭ ਤੋਂ ਪਹਿਲਾਂ ਸੰਵਿਧਾਨ ਸਭਾ ਬਣੂਗੀ ਇਹ ਮੰਨਿਆ ਕਦੋਂ ਸੀ, ਇਹ ਨਾ 1940 ਵਿੱਚ ਬਣ ਲਿਆ ਸੀ। 1940 ਵਿੱਚ ਇੱਕ ਚੀਜ਼ ਹੋਈ ਸੀ, ਜਦੋਂ ਇੰਡੀਆ ਦੇ ਵਾਇਸਰॉय ਨੇ ਨਾ ਵਰਲਡ ਵਾਰ 2 ਛਿੜ ਚੁੱਕੀ ਸੀ ਦੇ ਅੰਦਰ, ਉਸ ਟਾਈਮ ਜੋ ਵਾਇਸਰॉय ਸੀਗੇ ਲਿਨਲਿਥਗੋ, ਉਹਨਾਂ ਨੇ ਇੱਕ ਅਗਸਤ ਆਫਰ ਦਿੱਤਾ ਸੀ। ਅਗਸਤ 1940 ਵਿੱਚ, ਉਹਨੂੰ ਅਗਸਤ ਆਫਰ ਕਹਿ ਦਿੰਦੇ ਆ। ਉਹਨਾਂ ਨੇ ਕਿਹਾ ਸੀ ਕਿ ਦੇਖੋ ਜਿਵੇਂ ਹੀ ਵਰਲਡ ਵਾਰ 2 ਖਤਮ ਹੋਊਗੀ, ਠੀਕ ਹੈ, ਦੂਜਾ ਵਿਸ਼ਵ ਯੁੱਧ ਖਤਮ ਹੋਊਗਾ, ਅਸੀਂ ਨਾਲ ਦੀ ਨਾਲ ਇੱਕ ਭਾਰਤ ਲਈ ਸੰਵਿਧਾਨ ਸਭਾ ਬਣਾਵਾਂਗੇ ਤੇ ਇੱਕ ਭਾਰਤ ਲਈ ਸੰਵਿਧਾਨ ਤਿਆਰ ਕਰਾਂਗੇ। ਤੇ ਪਹਿਲੀ ਵਾਰੀ ਬ੍ਰਿਟਿਸ਼ ਲੋਕਾਂ ਵੱਲੋਂ ਇੱਕ ਤਰੀਕੇ ਨਾਲ ਮਾਨਤਾ ਸੀਗੀ ਕਿ ਹਾਂ ਸੰਵਿਧਾਨ ਸਭਾ ਬਣੂਗੀ। ਤਾਂ ਪਹਿਲੀ ਵਾਰੀ ਉਹਨਾਂ ਨੇ ਕਦੋਂ ਮੰਨਿਆ ਕਿ ਭਾਰਤ ਲਈ, ਬ੍ਰਿਟਿਸ਼ ਨੇ ਕਦੋਂ ਮੰਨਿਆ, ਉਹ 1940 ਵਿੱਚ ਸੀ। ਪਰ ਜਿਹੜੀ ਬਣੀ ਫਾਈਨਲੀ, ਉਹਦਾ ਢਾਂਚਾ ਕਿੱਦਾਂ ਬਣਿਆ ਕਿ ਕਿੰਨੇ ਲੋਕ ਚੁਣੇ ਜਾਣੇ ਚਾਹੀਦੇ ਆ, ਕਿੱਦਾਂ ਚੁਣੇ ਜਾਣੇ ਚਾਹੀਦੇ ਆ, ਉਹ ਸਾਰਾ ਦਾ ਸਾਰਾ ਜਿਹੜਾ ਪਲਾਨ ਸੀਗਾ ਨਾ, ਉਹ ਕੈਬਨਿਟ ਮਿਸ਼ਨ ਯੋਜਨਾ ਦੇ ਦੌਰਾਨ ਬਣਿਆ 1946। ਇਹਨਾਂ ਨੇ ਜੋ ਪਲਾਨ ਦਿੱਤਾ ਕੈਬਨਿਟ ਮਿਸ਼ਨ, ਇਹ 3 ਲੋਕ ਆਏ ਸੀ ਬ੍ਰਿਟਨ ਤੋਂ, ਇਹ ਤਿੰਨਾਂ ਨੇ ਸਾਰਾ ਕੁਝ ਸਟੱਡੀ ਕਰਕੇ ਜੋ ਪਲਾਨ ਦਿੱਤਾ, ਉਹਦੇ ਮੁਤਾਬਿਕ ਆਪਣੀ ਸੰਵਿਧਾਨ ਸਭਾ ਬਣੀ ਸੀ। ਸੰਵਿਧਾਨ ਸਭਾ ਆਪਣੇ ਆਪ 1946 'ਚ ਹੀ ਬਣ ਗਈ ਸੀ। ਠੀਕ ਹੈ, ਆਪਣੀ ਆਜ਼ਾਦੀ ਉਦੋਂ ਬਾਅਦ ਆਈ ਹੈ, ਇਹ ਬਣ ਪਹਿਲਾਂ ਗਈ ਸੀ। ਹੁਣ ਇਹਦੇ ਮੈਂਬਰ ਟੋਟਲ ਇਹਦੇ ਅੰਦਰ 389 ਮੈਂਬਰ ਸੀਗੇ, ਜਿਹਦੇ ਅੰਦਰੋਂ 292 ਜਿਹੜੇ ਮੈਂਬਰ ਸੀਗੇ ਇਹ ਚੁਣੇ ਜਾਣੇ ਸੀ। ਕਿੱਦਾਂ ਚੁਣੇ ਜਾਣੇ ਸੀ? ਦੇਖੋ ਜਿਵੇਂ ਆਪਾਂ ਲੋਕ ਸਭਾ ਦੇ ਇਲੈਕਸ਼ਨ ਪੜ੍ਹੇ ਸੀ ਨਾ, ਕਿ ਲੋਕ ਚੁਣ ਰਹੇ ਸੀ, ਜਿਵੇਂ ਸਾਰਾ ਭਾਰਤ ਸੀ, ਭਾਰਤ ਅੱਡ-ਅੱਡ ਰਾਜਾਂ ਵਿੱਚ ਵੰਡਿਆ ਹੋਇਆ ਸੀ, ਪ੍ਰੋਵਿੰਸਸ ਵਿੱਚ ਵੰਡੇ ਹੋਏ ਸੀ। ਠੀਕ ਹੈ, ਜਿਹੜੀਆਂ ਜਿੰਨੀਆਂ ਵੀ ਆਪਣੀ ਵਿਧਾਨ ਸਭਾ ਸੀਗੀਆਂ, ਵਿਧਾਨ ਸਭਾਵਾਂ, ਤਾਂ ਜਿੰਨੇ ਵੀ ਆਪਣੇ ਨਾਗਰਿਕ ਹੈ ਉਹ ਸਾਰੇ ਵਿਧਾਨ ਸਭਾਵਾਂ ਨੂੰ ਚੁਣਨਗੇ। ਇਹ ਲੋਕ ਅੱਗੇ ਆਪਣੀ ਸੰਵਿਧਾਨ ਸਭਾ ਨੂੰ ਚੁਣਨਗੇ। ਤਾਂ ਇਸ ਤਰੀਕੇ ਨਾਲ ਇੱਥੇ ਜਿਹੜੇ ਇਲੈਕਸ਼ਨ ਹੋਏ ਸੀ, ਵੀ ਲੋਕ ਸੰਵਿਧਾਨ ਸਭਾ ਦੇ ਮੈਂਬਰ ਬਣੇ, ਉਹ ਅਸਿੱਧੇ ਤੌਰ ਤੇ ਚੁਣੇ ਗਏ ਸੀ, ਸਿੱਧੇ ਤੌਰ ਤੇ ਨਹੀਂ ਚੁਣੇ ਗਏ ਸੀ। ਜਿਵੇਂ ਆਪਾਂ ਉਹੀ ਸਿਸਟਮ ਜੋ ਆਪਾਂ ਰਾਜ ਸਭਾ ਦੇ ਜਿਵੇਂ ਸਿਸਟਮ ਪੜ੍ਹੇ ਆ, ਉਹ ਸਿਸਟਮ ਨੂੰ ਦੁਬਾਰਾ ਰਿਵਾਈਜ਼ ਕਰਿਓ, ਉਹੀ ਸਿਸਟਮ ਨਾਲ ਚੁਣੇ ਗਏ ਸੀ, ਯਾਨੀ ਕਿ ਸਾਰੇ ਪ੍ਰੋਵਿੰਸਸ ਵਿੱਚ ਸੀਟਾਂ ਵੰਡਤੀਆਂ ਸੀ, ਸਾਰਿਆਂ ਨੇ ਚੁਣ ਕੇ ਭੇਜਣੇ ਸੀ। ਹੁਣ 292 ਤਾਂ ਇੱਥੋਂ ਆ ਗਏ, 93 ਤੁਹਾਡੇ ਭੇਜਣੇ ਸੀ, ਜਿੰਨੇ ਵੀ ਤੁਹਾਡੇ ਭਾਰਤ ਦੇ ਅੰਦਰ ਰਾਜੇ ਸੀਗੇ ਨਾ, ਕਿਉਂਕਿ ਰਾਜਿਆਂ ਦੇ ਆਪਣੇ ਆਪਣੇ ਛੋਟੇ ਛੋਟੇ ਬਹੁਤ ਸਾਰੇ ਇੰਡੀਆ ਦੇ ਅੰਦਰ ਸਟੇਟ ਸੀਗੀਆਂ, ਉਹਨਾਂ ਨੂੰ ਬੋਲਿਆ ਗਿਆ ਤੁਸੀਂ ਵੀ ਆਪਣੇ ਆਪਣਾ ਕੋਈ ਨਾ ਕੋਈ ਇੱਕ ਬੰਦਾ, ਹੁਣ ਰਾਜੇ ਨੇ ਨਿਯੁਕਤ ਕਰਨਾ ਸੀ, ਉੱਥੇ ਕੋਈ ਇਲੈਕਸ਼ਨ ਨਹੀਂ ਹੋਣੇ ਸੀ, ਰਾਜਾ ਕਿਸੇ ਵੀ ਇੱਕ ਬੰਦੇ ਨੂੰ ਬਸ ਨਿਯੁਕਤ ਕਰ ਦਿੰਦਾ। ਤਾਂ ਹੀ ਆਪਾਂ ਕਹਿੰਦੇ ਹਾਂ ਕਿ ਜਿਹੜੀ ਆਪਣੀ ਸੰਵਿਧਾਨ ਸਭਾ ਸੀਗੀ ਨਾ, ਇਹ ਥੋੜੀ ਜੀ ਚੋਣਾਂ ਨਾਲ ਆਈ ਹੈ, ਥੋੜੀ ਜੀ ਲੋਕਾਂ ਨੂੰ ਇੱਥੇ ਨਿਯੁਕਤ ਕੀਤਾ ਗਿਆ, ਨੋਮੀਨੇਟ ਕੀਤਾ ਗਿਆ। ਠੀਕ ਹੈ, ਜਿਹੜੇ 93 ਨੋਮੀਨੇਟ ਕੀਤੇ ਗਏ ਰਾਜਿਆਂ ਦੁਆਰਾ, ਬਾਕੀ ਤੁਹਾਡੇ ਕਈ ਚੁਣੇ ਵੀ ਗਏ, ਇਨਡਾਇਰੈਕਟਲੀ ਚਾਹੇ ਚੁਣੇ ਗਏ ਪਰ ਚੁਣੇ ਤਾਂ ਗਏ ਸੀ। ਤੇ ਬਾਕੀ ਤੁਹਾਡੇ 4 ਜਿਹੜੇ ਮੈਂਬਰ ਸੀਗੇ, ਉਹ ਤੁਹਾਡੇ ਚੀਫ ਕਮਿਸ਼ਨਰ ਦੇ ਪ੍ਰੋਵਿੰਸਸ ਸੀਗੇ, ਦਿੱਲੀ, ਤੁਹਾਡਾ ਅਜਮੇਰ ਦਾ, ਕੁਰਗ ਦਾ, ਤੇ ਤੁਹਾਡਾ ਬਲੂਚਿਸਤਾਨ ਦਾ ਏਰੀਆ। ਇੱਥੇ ਚਾਰੋਂ ਜਗ੍ਹਾ ਤੇ ਇੱਥੇ ਮਤਲਬ ਆਹ ਤੁਹਾਡੀ ਵਿਧਾਨ ਸਭਾ ਨਹੀਂ ਹੁੰਦੀ ਸੀ, ਇੱਥੇ ਇੱਕ ਚੀਫ ਕਮਿਸ਼ਨਰ ਹੁੰਦਾ ਸੀ। ਚੀਫ ਕਮਿਸ਼ਨਰ ਹੀ ਇਸ ਪੂਰੇ ਏਰੀਆ ਨੂੰ ਚਲਾਉਂਦਾ ਸੀ ਆਪਣੇ ਖੁਦ ਦੇ ਐਡਮਿਨਿਸਟ੍ਰੇਸ਼ਨ ਦੇ ਤੌਰ ਤੇ। ਠੀਕ ਹੈ, ਤੇ ਇਸ ਚੀਜ਼ਾਂ ਨੂੰ ਯਾਦ ਰੱਖਿਓ। ਤੇ ਆਖਰੀ ਜਿਹੜਾ ਤੁਹਾਨੂੰ ਇੱਥੋਂ ਕੁਐਸਚਨ ਜਿਹੜੇ ਆ ਜਾਂਦੇ ਹੁੰਦੇ ਆ ਕਿ ਤੁਹਾਡੀ ਸੰਵਿਧਾਨ ਸਭਾ ਦਾ ਸੀਲ ਕੀ ਸੀ, ਉਹਨਾਂ ਦੀ ਮੋਹਰ ਕੀ ਸੀ? ਆਹ ਜਿਹੜੀ ਮੈਂ ਇੱਥੇ ਆਹ ਫੋਟੋ ਬਣਾਈ ਹੈ ਨਾ, ਇਹ ਮੋਹਰ ਸੀ। ਉਹਦੇ ਅੰਦਰ ਇਹ ਕੁਐਸਚਨ ਆ ਜਾਂਦਾ ਕਿ ਕਿਹੜਾ ਜਾਨਵਰ ਸੀ ਉਹਨਾਂ ਦੀ ਮੋਹਰ 'ਚ? ਤਾਂ ਆਹ ਦੇਖੋ ਤੁਹਾਡਾ ਹਾਥੀ ਬਣਿਆ ਹੋਇਆ, ਹਾਥੀ ਮੋਹਰ ਸੀ। ਤੇ ਕਿਉਂਕਿ ਦੇਖੋ ਸੰਵਿਧਾਨ ਸਭਾ ਦਾ ਪਲਾਨ 1946 'ਚ ਬਣ ਗਿਆ ਸੀ, ਹਜੇ ਪਾਰਟੀਸ਼ਨ ਦੀ ਕੋਈ ਗੱਲ ਨਹੀਂ ਹੋਈ ਸੀ, ਤਾਂ ਹੀ ਪਾਕਿਸਤਾਨ ਇਹ ਸਾਰਾ ਏਰੀਆ ਵੀ ਇੱਥੇ ਸਾਰਾ ਇਸੇ ਮੈਪ ਦੇ ਅੰਦਰ ਹੈ। ਠੀਕ ਹੈ, ਤਾਂ ਇਹ ਬਾਅਦ ਵੀ ਰਿਹਾ ਸੀ ਜਦ ਤੱਕ ਆਪਣਾ ਸਾਰਾ ਸੰਵਿਧਾਨ ਬਣਾਇਆ, ਫਿਰ ਇਹੀ ਮੋਹਰ ਯੂਜ਼ ਕੀਤੀ ਹੈ। ਆਪਣੀ ਸੰਵਿਧਾਨ ਸਭਾ ਦਾ ਜਿਹੜੀ ਮੋਹਰ ਦਾ ਜਾਨਵਰ ਸੀ ਉਹ ਹਾਥੀ ਸੀ। ਠੀਕ ਹੈ, ਇੰਡੀਪੈਂਡੈਂਸ ਤੋਂ ਬਾਅਦ ਆਪਾਂ ਉਹ 3 ਲਾਇਨਸ ਵਾਲਾ ਐਂਬਲਮ ਬਣਾ ਲਿਆ, ਪਰ ਕਨਸਟੀਟਿਊਐਂਟ ਅਸੈਂਬਲੀ ਦਾ ਓਰੀਜਨਲੀ ਆਹ ਹਾਥੀ ਸੀਗਾ। ਠੀਕ ਹੈ, ਤੇ ਇਸ ਮੋਹਰ ਨੂੰ ਯਾਦ ਰੱਖਿਓ ਤੇ ਆ ਸਾਰੇ ਫੈਕਟ ਨੂੰ ਯਾਦ ਰੱਖਿਓ। ਇਹ ਸਾਰੇ ਕੁਐਸਚਨ ਬਣ ਜਾਂਦੇ। ਕਾਂਗਰਸ ਨੇ ਪਹਿਲੀ ਵਾਰੀ ਕਿਹੜੇ ਸਾਲ 'ਚ ਮੰਨਿਆ ਸੀ? ਸਭ ਤੋਂ ਪਹਿਲਾਂ ਕਿਹੜੇ ਬੰਦੇ ਨੇ ਕਿਹਾ ਸੀ? ਕਿਸ
ਪਲਾਨ ਤੇ ਤੁਹਾਡਾ ਕੌਂਸਟੀਟਿਊਐਂਟ ਅਸੈਂਬਲੀ ਜਿਹੜੀ ਸੰਵਿਧਾਨ ਸਭਾ ਉਹ ਬਣੀ ਸੀ, ਕੈਬਨਿਟ ਮਿਸ਼ਨ ਯੋਜਨਾ ਕਹਿ ਲਓ ਜਾਂ ਪਲਾਨ ਕਹਿ ਲਓ, ਉਹਦੇ ਉੱਤੇ ਬਣੀ ਸੀ। ਠੀਕ ਹੈ, ਕਿਹੜੇ ਸਾਲ ਵਿੱਚ ਬਣੀ ਸੀ? ਬ੍ਰਿਟਿਸ਼ ਨੇ ਪਹਿਲੀ ਵਾਰੀ ਕਦੋਂ ਮੰਨਿਆ ਸੀ? ਅਗਸਤ ਵਿੱਚ 1940 ਦੇ ਅਗਸਤ ਆਫਰ ਦੇ ਚੱਲਦੇ ਹੋਏ। ਕਿੰਨੇ ਲੋਕ ਸੀ? ਕਿ ਸਾਰੇ ਦੇ ਸਾਰੇ ਚੁਣੇ ਹੋਏ ਸੀ? ਨਹੀਂ, ਸਾਰੇ ਨਹੀਂ ਚੁਣੇ ਹੋਏ ਸੀ, ਕੁਝ ਨਿਯੁਕਤ ਵੀ ਕੀਤੇ ਗਏ ਸੀ ਰਾਜਿਆਂ ਦੇ ਦੁਆਰਾ। ਠੀਕ ਹੈ, ਤੇ ਹੁਣ ਜਿੰਨੇ ਚੁਣੇ ਵੀ ਗਏ ਸੀ ਉਹ ਵੀ ਸਿੱਧੇ ਤੌਰ ਤੇ ਨਹੀਂ, ਅਸਿੱਧੇ ਤੌਰ ਤੇ ਚੁਣੇ ਗਏ ਸੀ। ਸਾਰੇ ਕੁਐਸਚਨ ਬਣਦੇ ਆ ਤੁਹਾਨੂੰ, ਇਹ ਸਾਰੀ ਚੀਜ਼ਾਂ ਜਿੰਨੀਆਂ ਵੀ ਮੈਂ ਹੁਣੇ ਬੋਲੀਆਂ ਲਿਖ ਕੇ ਵੀ ਰੱਖ ਲਿਓ ਤੇ ਇੱਥੋਂ ਹੀ ਤੁਸੀਂ ਨੋਟ ਕਰ ਸਕਦੇ ਹੋ। ਠੀਕ ਹੈ, ਹੁਣ ਦੇਖੋ ਆਪਾਂ ਆਪਣੇ ਸੰਵਿਧਾਨ ਦੀ ਗੱਲ ਕਰੀਏ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਣਾ ਸੰਵਿਧਾਨ ਨੂੰ ਆਪਾਂ 3 ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਪਹਿਲਾ ਹੈਗਾ ਪ੍ਰਸਥਾਨਵਾ, ਫਿਰ ਆਪਣੇ ਪ੍ਰਸਥਾਨਵਾ ਪ੍ਰਸਤਾਵਨਾ, ਮੈਂ ਟੰਗ ਸਲਿਪ ਹੋਈ ਜਾਂਦੀ ਸੀ ਮੇਰੀ ਵਾਰ ਤਾਂ ਹੀ ਮੈਂ 2 ਮਿੰਟ ਇੱਕ ਵਾਰੀ ਰੁਕਿਆ ਪਹਿਲਾਂ। ਪ੍ਰਸਤਾਨਵਾ, ਪ੍ਰਸਤਾਵਨਾ, ਟੰਗ ਸਲਿਪ ਹੋਈ ਜਾ ਰਹੀ ਹੈ ਵਾਰੀ ਪਰ ਠੀਕ ਹੈ। ਪ੍ਰਸਤਾਵਨਾ, ਫਿਰ ਤੁਹਾਡਾ ਸੰਵਿਧਾਨ ਦੇ ਅੱਡ-ਅੱਡ ਹਿੱਸੇ ਆ ਗਏ, ਜਿੰਨੇ ਵੀ ਤੁਹਾਡੇ ਭਾਗ ਹੋ ਗਏ। ਠੀਕ ਹੈ, ਤੇ ਆਖਰੀ ਵਿੱਚ ਤੁਹਾਡੀਆਂ ਜਿੰਨੀਆਂ ਵੀ ਅਨੁਸੂਚੀਆਂ ਹੋਈਆਂ, ਇਹ 3 ਤੁਹਾਡੇ ਸੰਵਿਧਾਨ ਦੇ ਹਿੱਸੇ ਹੋ ਗਏ। ਹੁਣ ਪ੍ਰਸਤਾਵਨਾ ਦੀ ਗੱਲ ਕਰੀਏ, ਪ੍ਰੀਐਂਬਲ ਦੀ ਗੱਲ ਕਰੀਏ, ਦੇਖੋ ਇਹ ਇੱਕ ਤਰੀਕੇ ਨਾਲ ਸਿਰਫ ਇੱਕ ਸਿੰਗਲ ਕਾਗਜ਼ ਹੈ, ਜਿਹੜਾ ਜਿਵੇਂ ਤੁਸੀਂ ਸੰਵਿਧਾਨ ਖੋਲੋਗੇ ਸਭ ਤੋਂ ਪਹਿਲਾਂ ਇਹੀ ਆਊਗਾ। ਇਹਦੇ ਅੰਦਰ ਜਿੰਨੇ ਵੀ ਆਪਣੇ ਸੰਵਿਧਾਨ ਦੇ ਅੰਦਰ ਆਪਾਂ ਆਪਣੇ ਨਾਗਰਿਕਾਂ ਨੂੰ ਕੀ ਦੇਣਾ ਚਾਹੁੰਦੇ ਆ ਨਾ, ਉਹਦਾ ਇੱਕ ਬਸ ਤਰੀਕੇ ਨਾਲ ਜਿਸਟ ਪਾਤੀ ਹੈ, ਸ਼ਾਰਟ ਵਿੱਚ ਪਾਤਾ, ਤਾਂ ਕਿ ਕੋਈ ਬੰਦਾ ਸਾਰਾ ਸੰਵਿਧਾਨ ਨਾ ਵੀ ਪੜ੍ਹਨਾ ਚਾਹਵੇ, ਬਸ ਉਹ ਇਹ ਜਾਣਨਾ ਚਾਹੁੰਦਾ ਹੈ ਕਿ ਆਪਾਂ ਆਪਣੇ ਨਾਗਰਿਕਾਂ ਨੂੰ ਕੀ ਦੇਣਾ ਚਾਹੁੰਦੇ ਆ, ਆਪਣੇ ਭਾਰਤ ਨੂੰ ਆਪਾਂ ਕਿੱਦਾਂ ਦਾ ਬਣਾਉਣਾ ਚਾਹੁੰਦੇ ਆ, ਉਹ ਇੱਕ ਪੇਜ ਪੜ੍ਹ ਕੇ ਇੱਕ ਆਈਡੀਆ ਮਿਲ ਜੇ ਉਹਨੂੰ ਕਿ ਅੱਛਾ ਇਦਾਂ ਦਾ ਕੁਝ ਬਣਾਉਣਾ ਚਾਹੁੰਦੇ ਸੀ। ਠੀਕ ਹੈ, ਤਾਂ ਉਹ ਸਾਰੀ ਚੀਜ਼ ਪ੍ਰਸਤਾਵਨਾ ਦੇ ਅੰਦਰ ਪਾਈ ਹੋਈ ਹੈ। ਠੀਕ ਹੈ, ਹੁਣ ਇਹ ਤੋਂ ਬਾਅਦ ਜਿਹੜੇ ਤੁਹਾਡੇ ਸੰਵਿਧਾਨ ਦੇ ਹਿੱਸੇ ਆ, ਦੇਖੋ ਓਰੀਜਨਲੀ ਤੁਹਾਡੇ ਸੰਵਿਧਾਨ ਦੇ 22 ਭਾਗ ਸੀਗੇ ਤੇ 395 ਤੁਹਾਡੇ ਅਨੁਸੂਚੀਆਂ ਸੀਗੀਆਂ। ਹੁਣ ਇਹ ਵੱਧ ਚੁੱਕਿਆ, ਹੁਣ 25 ਭਾਗ ਹੋ ਚੁੱਕੇ ਆ ਤੇ 470 470 ਤੁਹਾਡੇ ਅਨੁਸੂਚੀਆਂ ਹੋ ਚੁੱਕੀਆਂ। ਤੇ ਲਗਾਤਾਰ ਜਿੰਨਾ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਰਹਿੰਦੀ ਹੈ, ਆਪਾਂ ਹਮੇਸ਼ਾ ਸੰਵਿਧਾਨ ਨੂੰ ਉੱਦਾਂ ਅੱਗੇ ਵਧਾਉਂਦੇ ਰਹਿੰਦੇ ਆ, ਹੋਰ ਚੀਜ਼ਾਂ ਪਾਉਂਦੇ ਰਹਿੰਦੇ ਆ, ਜੋ ਵੀ ਆਪਣੇ ਸਮੇਂ ਦੀ ਜ਼ਰੂਰਤ ਹੈ ਆਪਾਂ ਉਸ ਤਰੀਕੇ ਨਾਲ ਆਪਣੇ ਸੰਵਿਧਾਨ ਨੂੰ ਹੋਰ ਅੱਗੇ ਵਧਾਉਂਦੇ ਰਹਿੰਦੇ ਆ, ਹੋਰ ਚੀਜ਼ਾਂ ਪਾਉਂਦੇ ਰਹਿੰਦੇ ਆ। ਹੁਣ ਇਸੇ ਕਾਰਨ ਜਿਹੜਾ ਤੁਹਾਡਾ ਸੰਵਿਧਾਨ ਹੈ ਉਹਨੂੰ ਬੋਲਿਆ ਜਾਂਦਾ ਹੈ ਕਿ ਜਿਹੜਾ ਤੁਹਾਡਾ ਸੰਵਿਧਾਨ ਹੈ ਉਹ ਜ਼ਿੰਦਾ ਹੈ, ਲਿਵਿੰਗ ਹੈ। ਜ਼ਿੰਦਾ ਕਿਉਂ ਆ? ਦੇਖੋ ਕੋਈ ਵੀ ਚੀਜ਼ ਨੂੰ ਆਪਾਂ ਜ਼ਿੰਦਾ ਕਦੋਂ ਮੰਨਦੇ ਆ? ਜਦੋਂ ਉਹ ਕਿਸ ਤਰੀਕੇ ਨਾਲ ਆਪਣੇ ਅਹਿਸਾਸ ਕਰਵਾਉਂਦੀ ਹੈ। ਸੰਵਿਧਾਨ ਇੱਕ ਆਪਣੇ ਆਪ 'ਚ ਕਿਤਾਬ ਹੈ, ਪਰ ਤੁਸੀਂ, ਮੈਂ ਤੇ ਆਪਣੇ ਭਾਰਤ ਦੇ ਬਾਕੀ ਸਾਰੇ ਨਾਗਰਿਕ ਇਸ ਕਿਤਾਬ ਨੂੰ ਮੰਨ ਰਹੇ ਹਾਂ। ਇਸ ਕਾਰਨ ਇਹ ਸੰਵਿਧਾਨ ਆਪਣੀ ਜ਼ਿੰਦਗੀ ਵਿੱਚ ਜ਼ਿੰਦਾ ਹੈ, ਕਿਉਂਕਿ ਆਪਾਂ ਰੋਜ਼ ਇਸ ਕਿਤਾਬ ਦੇ ਜਿੰਨੇ ਵੀ ਸਿਧਾਂਤ ਹੈ ਉਹਨਾਂ ਨੂੰ ਰੋਜ਼ ਮੰਨ ਰਹੇ ਹਾਂ, ਉਹਨਾਂ ਦਾ ਪਾਲਣ ਕਰ ਰਹੇ ਹਾਂ। ਹੁਣ ਜਦੋਂ ਆਪਾਂ ਕਿਸੇ ਵੀ ਕਿਤਾਬ ਨੂੰ, ਦੇਖੋ ਇੱਕ ਤਾਂ ਇਹ ਕੋਈ ਮਾਰਕੀਟ ਤੋਂ ਜਿਵੇਂ ਕਿਤਾਬ ਲੈ ਕੇ ਆਏ, ਚੱਕ ਕੇ ਸਾਈਡ ਤੇ ਰੱਖਤੀ, ਹੁਣ ਜਦੋਂ ਚੱਕ ਕੇ ਸਾਈਡ ਤੇ ਰੱਖਤੀ, ਉਸ ਕਿਤਾਬ ਨੂੰ ਕਦੀ ਪੜ੍ਹਿਆ ਨਹੀਂ ਕਦੀ ਜ਼ਿੰਦਗੀ 'ਚ। ਇੱਕ ਕਿਤਾਬ ਜਿਹਨੂੰ ਤੁਸੀਂ ਪੜ੍ਹਿਆ, ਸਮਝਿਆ ਤੇ ਉਹਨੂੰ ਰੋਜ਼ ਆਪਣੀ ਜ਼ਿੰਦਗੀ 'ਚ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਇੱਦਾਂ ਕਰਨਾ ਹੈ, ਉਹ ਕਿਤਾਬ ਤੁਹਾਡੇ ਲਈ ਹਮੇਸ਼ਾ ਜ਼ਿੰਦਾ ਰਹੂਗੀ, ਕਿਉਂਕਿ ਉਸ ਕਿਤਾਬ ਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਭਾਗ ਬਣਾ ਲਿਆ। ਤਾਂ ਉਹ ਕਿਤਾਬ ਵੀ ਲਗਾਤਾਰ ਵੱਧਦੀ ਰਹੂਗੀ, ਜਿਵੇਂ ਜਿਵੇਂ ਦੇਸ਼ ਵਾਸੀਆਂ ਦੀ ਉਮੀਦਾਂ ਵੱਧਦੀਆਂ ਰਹਿਣਗੀਆਂ। ਤਾਂ ਆਪਣਾ ਸੰਵਿਧਾਨ ਇਸ ਲਈ ਜ਼ਿੰਦਾ ਮੰਨਿਆ ਜਾਂਦਾ ਹੈ ਕਿ ਉਹ, ਕਿਉਂਕਿ ਲਗਾਤਾਰ ਵੱਧਦਾ ਜਾ ਰਿਹਾ, ਜਿਵੇਂ ਜਿਵੇਂ ਭਾਰਤ ਦੇ ਲੋਕਾਂ ਦੀ ਕੋਈ ਉਮੀਦਾਂ ਵੱਧਦੀਆਂ, ਕੁਝ ਵੀ ਵੱਧਦਾ, ਆਪਾਂ ਇਹ 'ਚ ਕੋਈ ਵੀ ਅਨੁਛੇਦ ਕਰਕੇ, ਸੋਧ ਕਰਕੇ ਇਹਦੇ ਅੰਦਰ ਆਪਾਂ ਬਦਲਾਵ ਲਿਆ ਦਿੰਦੇ ਹਾਂ ਤੇ ਇਹਨੂੰ ਹੋਰ ਅੱਗੇ ਵਧਾ ਦਿੰਦੇ ਹਾਂ। ਤੇ ਅਨੁਸੂਚੀਆਂ ਦੀ ਗੱਲ ਕਰੀਏ, ਦੇਖੋ ਮੈਂ ਪਹਿਲਾਂ ਵੀ ਦੱਸਿਆ ਤੁਹਾਡੀ 8 ਅਨੁਸੂਚੀਆਂ ਰਹੀਆਂ ਜਦੋਂ ਤੁਹਾਡਾ ਸੰਵਿਧਾਨ ਲਾਗੂ ਹੋਇਆ ਸੀ, ਤੇ ਹੁਣ 12 ਹੋ ਚੁੱਕੀਆਂ। ਜਿਵੇਂ ਆਪਾਂ ਪਿਛਲੇ ਲੈਕਚਰ ਵਿੱਚ ਤੁਹਾਡੀ ਪੰਚਾਇਤ ਤੇ ਮਿਊਨਿਸਪੈਲਿਟੀ ਬਾਰੇ ਪੜ੍ਹਿਆ ਸੀ, ਉਹਦੇ ਅੰਦਰ 11ਵਾਂ ਤੇ 12ਵਾਂ ਅਨੁਸੂਚੀ ਜਿਹੜੀ ਸੀਗੀ ਉਹ ਉਹਦੀ ਰਿਗਾਰਡਿੰਗ ਸੀਗੀ, 11ਵੀਂ ਪੰਚਾਇਤ ਦੀ, 12ਵੀਂ ਮਿਊਨਿਸਪੈਲਿਟੀ ਦੀ, ਉਹਨਾਂ ਦੀ ਕੀ ਜ਼ਿੰਮੇਵਾਰੀਆਂ ਉਹਦੇ ਬਾਰੇ। ਤਾਂ ਇਹ ਅਨੁਸੂਚੀਆਂ ਕੀ ਹੁੰਦੇ, ਇਹ ਭਾਗਾਂ ਨਾਲ ਹੀ ਜੁੜੀਆਂ ਹੋਈਆਂ ਜਾਂ ਕਿਸੇ ਅਨੁਛੇਦ ਨਾਲ ਜੁੜੀਆਂ ਹੋਈਆਂ, ਕਿ ਕੋਈ ਵੀ ਕੋਈ ਐਕਸਟਰਾ ਡਿਟੇਲ ਚਾਹੁੰਦਾ ਹੈ ਉਹ ਇੱਥੋਂ ਪੜ੍ਹ ਸਕਦਾ। ਉਹ ਆਰਟੀਕਲ ਦੇ ਵਿੱਚ ਨਹੀਂ ਲਿਖੀ, ਜਿਹੜੀ ਐਕਸਟਰਾ ਕੁਝ ਡਿਟੇਲਸ ਆ ਉਹ ਐਂਡ ਵਿੱਚ ਜੋੜਦੀਆਂ। ਹੁਣ ਆਪਾਂ ਪ੍ਰਸਤਾਵਨਾ ਬਾਰੇ ਪੜ੍ਹਦੇ ਹਾਂ, ਠੀਕ ਹੈ, ਇਹਦੇ ਬਾਰੇ ਹੋਰ ਜਾਣਦੇ ਹਾਂ। ਹੁਣ ਇਹ ਟੈਕਸਟ ਹੈ ਪ੍ਰੀਐਂਬਲ ਦਾ,
ਇਹਨੂੰ ਆਪਾਂ ਪੰਜਾਬੀ ਵਿੱਚ ਪੜਾਂਗੇ ਤੇ ਇਹਨੂੰ ਆਪਾਂ ਸਮਝਾਂਗੇ। ਦੇਖੋ ਸਭ ਤੋਂ ਪਹਿਲਾ ਜਿਹੜਾ ਵਰਡ ਹੈ, ਅਸੀਂ ਭਾਰਤ ਦੇ ਲੋਕਾਂ ਨੇ, ਠੀਕ ਹੈ। ਅੱਗੇ ਮਤਲਬ ਇਹ ਚੀਜ਼ ਗਿਆ, ਅਸੀਂ ਭਾਰਤ ਦੇ ਲੋਕਾਂ ਨੇ ਭਾਰਤ ਨੂੰ ਇੱਕ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਬਣਾਉਣ ਦਾ ਫੈਸਲਾ ਕੀਤਾ। ਹੁਣ ਇਹ ਜਿੰਨੀ ਵੀ ਚੀਜ਼ ਹੈ, ਦੇਖੋ ਆਪਾਂ ਭਾਰਤ ਦੇ ਨਾਗਰਿਕ, ਜੋ ਮੇਨ ਚੀਜ਼ ਮੈਂ ਦੱਸਣਾ ਚਾਹੁੰਦਾ ਕਹਿ ਰਹੇ ਹਾਂ, ਸੰਵਿਧਾਨ ਦੇ ਅੰਦਰ ਇਹ ਪਹਿਲੇ ਸ਼ੁਰੂ ਕਰਦੇ ਕਿ ਆਪਾਂ ਭਾਰਤ ਦੇ ਨਾਗਰਿਕ ਭਾਰਤ ਨੂੰ ਕੀ ਬਣਾਉਣਾ ਚਾਹੁੰਦੇ ਆ, ਇੱਕ ਪ੍ਰਭੂਸੱਤਾ ਸੰਪੰਨ, ਠੀਕ ਹੈ, ਤੁਹਾਡਾ ਧਰਮ ਨਿਰਪੇਖ ਹੋ ਗਿਆ, ਸਮਾਜਵਾਦੀ ਹੋ ਗਿਆ, ਲੋਕਤੰਤਰੀ ਹੋ ਗਿਆ, ਗਣਰਾਜ ਹੋ ਗਿਆ, ਇਹ ਸਭ ਕੁਝ ਆਪਾਂ ਬਣਾਉਣਾ ਚਾਹੁੰਦੇ ਹਾਂ। ਮੈਂ ਤੁਹਾਨੂੰ ਹੁਣੇ ਹੀ ਦੱਸਿਆ ਕਿਸੇ ਵੀ ਕਿਤਾਬ ਦਾ ਮੁੱਲ ਉਨੇ ਟਾਈਮ ਤੱਕ ਹੀ ਹੁੰਦਾ ਜਦ ਤੱਕ ਉਹਦੇ ਆਪਣੇ ਲੋਕ ਮੰਨਦੇ ਆ ਉਸ ਚੀਜ਼ ਨੂੰ। ਜੇ ਲੋਕਾਂ ਨੇ ਮੰਨਣਾ ਛੱਡਤਾ, ਉਸ ਕਿਤਾਬ ਦਾ ਕੋਈ ਮੁੱਲ ਨਹੀਂ ਰਿਹਾ, ਠੀਕ ਹੈ। ਸਿਰਫ ਲੋਕਾਂ ਦੇ ਮੰਨਣ ਨਾਲ ਹੀ ਉਹ ਚੀਜ਼ ਚੱਲਦੀ ਹੈ, ਹੋਰ ਕਿਸੇ ਤਰੀਕੇ ਨਾਲ ਨਹੀਂ ਚੱਲੂਗੀ। ਹੁਣ ਜਿਹੜੀ ਇਹ ਚੀਜ਼ ਹੈ, ਮਤਲਬ ਇਹ ਸਾਰੀ ਦੀ ਸਾਰੀ ਚੀਜ਼ ਆ, ਇਹ ਕਿਸ ਚੀਜ਼ ਵੱਲ ਪੁਆਇੰਟ ਆਊਟ ਕਰਦੀ ਹੈ, ਕਿਉਂਕਿ ਪੇਪਰ ਵਿੱਚ ਵੀ ਕੁਐਸਚਨ ਬਣਦਾ ਹੈ। ਇਹ ਹੈਗਾ ਕਿ ਤੁਹਾਨੂੰ ਪੇਪਰ ਵਿੱਚ ਕਦੇ ਵੀ ਕੁਐਸਚਨ ਆ ਸਕਦਾ ਹੈ ਕਿ ਤੁਹਾਡੇ ਜਿਹੜਾ ਸੰਵਿਧਾਨ ਹੈ ਉਹਨੂੰ ਸ਼ਕਤੀ ਕਿੱਥੋਂ ਮਿਲਦੀ ਹੈ, ਠੀਕ ਹੈ। ਤੁਹਾਡਾ ਜਿਹੜਾ ਸੰਵਿਧਾਨ ਹੈ ਉਹਨੂੰ ਸ਼ਕਤੀ ਕਿੱਥੋਂ ਮਿਲਦੀ ਹੈ, ਕਿਹੜੀ ਚੀਜ਼ ਤੋਂ। ਤਾਂ ਇਹਦਾ ਆਨਸਰ ਜਿਹੜਾ ਹੋਊਗਾ ਉਹ ਹਮੇਸ਼ਾ ਇਹ ਹੋਊਗਾ ਕਿ ਜਿਹੜੇ ਭਾਰਤ ਦੇ ਨਾਗਰਿਕ ਹੈ, ਭਾਰਤ ਦੇ ਜਿਹੜੇ ਲੋਕ ਹੈ, ਉਹਨਾਂ ਦੇ ਦੁਆਰਾ ਭਾਰਤ ਦੇ ਸੰਵਿਧਾਨ ਨੂੰ ਸ਼ਕਤੀ ਮਿਲਦੀ ਹੈ, ਭਾਰਤ ਦੇ ਲੋਕਾਂ ਦੁਆਰਾ, ਤੁਹਾਡੇ ਤੇ ਮੇਰੇ। ਜੇ ਆਪਾਂ ਇਸ ਕਿਤਾਬ ਨੂੰ ਮੰਨੀਏ ਹੀ ਨਾ, ਸਾਈਡ ਤੇ ਰੱਖ ਦਈਏ, ਇਸ ਕਿਤਾਬ ਦਾ ਕੋਈ ਮੁੱਲ ਨਹੀਂ ਹੈ, ਪਰ ਤੁਸੀਂ ਤੇ ਮੈਂ ਸੰਵਿਧਾਨ ਨੂੰ ਮੰਨ ਰਹੇ ਹਾਂ, ਆਪਾਂ ਹੀ ਇਸ ਚੀਜ਼ ਦੇ ਸਰੋਤ ਆ, ਆਪਾਂ ਹੀ ਇਸ ਚੀਜ਼ ਨੂੰ ਸ਼ਕਤੀ ਦੇ ਰਹੇ ਹਾਂ ਕਿ ਇਹ ਚੀਜ਼ ਕੰਮ ਕਰ ਸਕੇ। ਇਸੇ ਲਈ ਭਾਰਤ ਦੇ ਨਾਗਰਿਕ ਲਿਖੇ ਹੈ। ਤਾਂ ਕਦੀ ਵੀ ਸਵਾਲ ਆ ਜਾਏ ਕਿ ਸੰਵਿਧਾਨ ਦਾ ਸਰੋਤ ਕੀ ਹੈ, ਭਾਰਤ ਜਾਂ ਸੰਵਿਧਾਨ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ, ਤਾਂ ਉਹਦਾ ਆਨਸਰ ਹੋਊਗਾ ਭਾਰਤ ਦੇ ਲੋਕਾਂ ਤੋਂ। ਇਸ ਚੀਜ਼ ਨੂੰ ਪ੍ਰੀਲਿਮਸ ਵਿੱਚ ਬਹੁਤ ਸਾਰੇ ਕੁਐਸਚਨ ਇੱਥੋਂ ਹੀ ਆਉਂਦੇ ਹੁੰਦੇ ਆ, ਤੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਯਾਦ ਰੱਖਿਓ, ਠੀਕ ਹੈ। ਆਪਣੇ ਬਹੁਤ ਕੁਐਸਚਨ ਪ੍ਰੀਐਮਬਲ ਵਿੱਚੋਂ ਆਏ ਵਰਡਸ। ਦੇਖੋ ਇੱਕ ਤਾਂ ਇਹਨਾਂ ਦਾ ਹੈ ਜੋ ਸੀਕੁਐਂਸ ਹੈ, ਇਹ ਸੀਕੁਐਂਸ ਤੁਸੀਂ ਯਾਦ ਰੱਖਣਾ ਹੈ। ਇਸ ਸੀਕੁਐਂਸ ਵਿੱਚ ਗੜਬੜ ਨਹੀਂ ਕਰ ਸਕਦੇ। ਕਈ ਵਾਰੀ ਤਾਂ ਇਹੀ ਕੁਐਸਚਨ ਆ ਜਾਂਦਾ ਹੈ ਕਿ ਇਹਨਾਂ ਨੂੰ ਸਹੀ ਸੀਕੁਐਂਸ ਵਿੱਚ ਪਾਓ, ਠੀਕ ਹੈ। ਕਈ ਵਾਰੀ ਇਦਾਂ ਦੇ ਕੁਐਸਚਨ ਆ ਜਾਂਦੇ ਕਿ ਇਹ ਦੋਨੋਂ ਸ਼ਬਦਾਂ ਦੇ ਵਿੱਚ ਕਿਹੜਾ ਸ਼ਬਦ ਹੈ, ਜਿਵੇਂ ਲਗਾ ਲਓ ਸਮਾਜਵਾਦੀ ਤੇ ਲੋਕਤੰਤਰ ਦੇ ਵਿੱਚ ਕਿਹੜਾ ਸ਼ਬਦ ਹੈ, ਤਾਂ ਤੁਹਾਨੂੰ ਆ ਜਾਊਗਾ ਧਰਮ ਨਿਰਪੱਖ, ਇਹ ਸ਼ਬਦ ਉਹਨਾਂ ਦੇ ਵਿੱਚ ਪੈਂਦਾ। ਜਾਂ ਤੁਹਾਨੂੰ ਆਰਡਰ ਕਰਨਾ ਆ ਜਾਊਗਾ ਕਿਹੜਾ ਸਹੀ ਆਰਡਰ ਵਿੱਚ ਹੈ। ਤਾਂ ਇਸ ਤਰੀਕੇ ਨਾਲ ਇਹ ਸਾਰੇ ਕੁਐਸਚਨ ਆ ਜਾਂਦੇ ਆ, ਠੀਕ ਹੈ। ਤਾਂ ਇਹਨਾਂ ਦਾ ਆਰਡਰ ਇਸੇ ਤਰੀਕੇ ਨਾਲ ਤੁਹਾਨੂੰ ਯਾਦ ਕਰਨਾ ਪੈਣਾ ਹੈ। ਇਹ ਵੀ ਪ੍ਰੀਲਿਮਸ ਵਿੱਚ ਕੁਐਸਚਨ ਆ ਜਾਂਦਾ। ਹੁਣ ਪਹਿਲਾਂ ਦੋ ਸ਼ਬਦਾਂ ਨੂੰ ਪੜ੍ਹੀਏ ਤੇ ਇਹਨਾਂ ਦਾ ਮਤਲਬ ਸਮਝੀਏ। ਪ੍ਰਭੂਸੱਤਾ ਤੇ ਸਮਾਜਵਾਦੀ, ਇਹ ਦੋ ਸ਼ਬਦਾਂ ਦਾ ਮਤਲਬ ਕੀ ਹੈ। ਪ੍ਰਭੂਸੱਤਾ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਤੁਸੀਂ ਫੈਸਲੇ ਲੈਣੇ ਆ ਉਹਦੇ ਉੱਤੇ ਕਿਸੇ ਹੋਰ ਦਾ ਵੱਸ ਨਾ ਚੱਲੇ, ਠੀਕ ਹੈ। ਦੇਖੋ ਆਪਣੇ ਉੱਤੇ ਪਹਿਲਾਂ ਬ੍ਰਿਟਿਸ਼ ਰਾਜ ਕਰਦੇ ਸੀ, ਉਹ ਜੋ ਚਾਹੁੰਦੇ ਸੀ ਭਾਰਤ ਵਿੱਚ ਉਹੀ ਹੁੰਦਾ ਸੀ। ਪ੍ਰਭੂਸੱਤਾ ਦਾ ਮਤਲਬ ਹੀ ਹੁੰਦਾ ਹੈ ਕਿ ਜਿੰਨੇ ਵੀ ਆਪਾਂ ਫੈਸਲੇ ਲਏ ਆ, ਕੋਈ ਵੀ ਫੈਸਲੇ ਉੱਤੇ ਕਿਸੇ ਹੋਰ ਦਾ ਵੱਸ ਨਾ ਚੱਲੇ। ਹਰ ਫੈਸਲੇ ਜਾਂ ਫੈਸਲਾ ਕਹਿ ਲਓ, ਠੀਕ ਹੈ, ਚਾਹੇ ਫੈਸਲਾ ਲਿਖਣ ਵਿੱਚ ਇੱਥੇ ਲੈਣੇ ਦਾ ਆਪਾਂ ਫੈਸਲੇ ਹੀ ਆ, ਪਰ ਹਜੇ ਕੋਈ ਵੀ ਫੈਸਲਾ, ਜਿਵੇਂ ਐਗਜ਼ਾਮਪਲ ਦੇ ਰਹੇ ਹਾਂ, ਕੋਈ ਵੀ ਜੋ ਫੈਸਲਾ ਹੈ ਉਹਦੇ ਵਿੱਚ ਆਪਾਂ ਕਿਸੇ ਹੋਰ ਦੇ ਕੰਟਰੋਲ ਵਿੱਚ ਨਾ ਹੋਈਏ, ਆਪਣਾ ਦੇਸ਼ ਜੋ ਫੈਸਲਾ ਲੈਣਾ ਚਾਹੇ ਉਹ ਲੈ ਸਕੇ। ਤਾਂ ਹੁਣ ਗੱਲ ਇਹ ਆਉਂਦੀ ਹੈ ਕਿ ਜਦੋਂ ਇਹ ਸਵਾਲ ਖੜਾ ਹੁੰਦਾ ਹੈ ਕਿ ਫੈਸਲਾ ਲੈਣਾ ਹੈ, ਤਾਂ ਆਪਣੇ ਭਾਰਤ ਵਿੱਚ ਫੈਸਲਾ ਕੌਣ ਲੈਂਦਾ ਹੈ, ਠੀਕ ਹੈ। ਮਤਲਬ ਆਪਣੇ ਕਿਸੇ ਨੂੰ ਤਾਂ ਪ੍ਰਭੂਤਾ ਦੇਣੀ ਪਊਗੀ ਨਾ, ਕਿਸੇ ਨੂੰ ਤਾਂ ਫੈਸਲੇ ਲੈਣ ਦੀ ਸ਼ਕਤੀ ਦੇਣੀ ਪਊਗੀ ਕਿ ਕੋਈ ਹੋਰ ਨਹੀਂ ਸਾਡੇ। ਤਾਂ ਕੀ ਆਪਣੇ ਭਾਰਤ ਦੇ ਅੰਦਰ ਜਿਹੜੇ ਰਾਸ਼ਟਰਪਤੀ ਹੈ ਉਹ ਫੈਸਲੇ ਲੈ ਰਹੇ ਆ, ਜਾਂ ਜਿਹੜੀ ਆਪਣੀ ਸੰਸਦ ਹੈ ਉਹ ਫੈਸਲੇ ਲੈ ਰਹੀ ਹੈ, ਜਾਂ ਆਪਣੀ ਜਿਹੜੀ ਨਿਆਂਪਾਲਿਕਾ, ਆਪਾਂ ਇਹ ਤਿੰਨ ਆਰਗਨ ਹੀ ਪੜ੍ਹੇ ਸੀ, ਉਹ ਫੈਸਲੇ ਲੈ ਰਹੀ ਹੈ। ਤੁਹਾਡੇ ਆਪਣੇ ਪ੍ਰਭੂਤਾ ਆਪਾਂ ਕਿਹਨੂੰ ਦਿੱਤੀ ਹੋਈ ਆ।
ਦੇਖੋ ਰਾਸ਼ਟਰਪਤੀ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਪ੍ਰਾਈਮ ਮਿਨਿਸਟਰ ਇਹ ਸਾਰਿਆਂ ਦੇ ਜਿਹੜਾ ਮੁੱਖ ਤੁਹਾਡਾ ਪ੍ਰਧਾਨ ਮੰਤਰੀ ਨੇ ਤੇ ਉਹਨਾਂ ਦਾ ਜੋ ਕਾਉਂਸਲ ਆ ਉਹਨਾਂ ਦੇ ਕਹਿਣ ਤੇ ਕੰਮ ਕਰਦਾ, ਤੇ ਇਹਦੇ ਕੋਲੇ ਤਾਂ ਪਾਵਰ ਹੋ ਨਹੀਂ ਸਕਦੀ। ਚਾਹੇ ਗਵਰਨਮੈਂਟ ਆਫ ਇੰਡੀਆ ਦੇ ਫਾਈਨਲ ਸਾਈਨ ਇਹੀ ਕਰਦਾ ਹੈ, ਪਰ ਜਿਹੜਾ ਬੰਦਾ ਆਪਣੇ ਖੁਦ ਦੇ ਫੈਸਲੇ ਹੀ ਨਹੀਂ ਲੈ ਸਕਦਾ ਹੈ, ਉਹ ਕਿੱਦਾਂ ਥੋੜਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ, ਉਹਨੂੰ ਪ੍ਰਭੂਤਾ ਕਿੱਦਾਂ ਹੋਵੇ। ਜਿਵੇਂ ਤੁਹਾਡੀ ਤੇ ਮੇਰੀ ਗੱਲ ਕਰੀਏ, ਜਿਵੇਂ ਆਪਾਂ ਭਾਰਤ ਦੇ ਨਾਗਰਿਕ ਆ, ਕਿ ਆਪਾਂ ਪ੍ਰਭੂਤਾ ਹੋਲਡ ਕਰਦੇ ਹਾਂ। ਜਿਵੇਂ ਹੁਣੇ ਮੈਂ ਤੁਹਾਨੂੰ ਦੱਸਿਆ ਸੀ ਕਿ ਕਨਸਟੀਟਿਊਸ਼ਨ ਤਾਂ ਇਹੀ ਲਿਖਿਆ ਕਿ ਕਨਸਟੀਟਿਊਸ਼ਨ ਨੂੰ ਸ਼ਕਤੀ ਹੀ, ਸੰਵਿਧਾਨ ਨੂੰ ਸ਼ਕਤੀ ਆਪਾਂ ਦੇ ਰਹੇ ਹਾਂ, ਤਾਂ ਕੀ ਆਪਾਂ ਪ੍ਰਭੂਤਾ ਹੋਲਡ ਕਰਦੇ ਹਾਂ? ਨਹੀਂ, ਕਿਉਂਕਿ ਤੁਹਾਡੀ ਤੇ ਮੇਰੇ ਉੱਤੇ ਵੀ ਤਾਂ ਕਾਨੂੰਨ ਬੰਨੇ ਹੋਏ ਆ। ਪਹਿਲੀ ਗੱਲ ਤਾਂ ਜੇ ਘਰਦਿਆਂ ਦੀ ਗੱਲ ਸੁਣਨੀ ਪੈਗੀ ਉਹੀ ਆਪਣੀ ਪ੍ਰਭੂਤਾ ਨਹੀਂ ਹੈ, ਠੀਕ ਹੈ। ਪਰ ਚਲੋ ਉੱਥੇ ਮਿਲ ਵੀ ਗਈ, ਪਰ ਜੇ ਬਾਹਰ ਨਿਕਲਾਂਗੇ ਆਪਾਂ ਨੂੰ ਕਾਨੂੰਨ ਤਾਂ ਮੰਨਣੇ ਹੀ ਪੈਣੇ ਆ ਸਾਰੇ। ਤੇ ਜਿੰਨੇ ਆਪਾਂ ਕਾਨੂੰਨ ਮੰਨਦੇ ਆ, ਆਪਣੀ ਪ੍ਰਭੂਤਾ ਕਿੱਧਰ ਰਹੀ? ਪ੍ਰਭੂਤਾ ਦਾ ਮਤਲਬ ਹੈ ਮੈਂ ਜੋ ਕਰਨਾ ਚਾਹਾਂ ਮੈਂ ਕਰ ਸਕਾਂ। ਹੁਣ ਭਾਰਤ ਦੇਸ਼ ਆਪਣੇ ਆਪ ਜੋ ਕਰਨਾ ਚਾਹੇ, ਅਮਰੀਕਾ ਨਾਲ ਦੋਸਤੀ ਕਰਨਾ ਚਾਹੇ, ਰੂਸ ਨਾਲ ਕਰਨਾ ਚਾਹੇ, ਜਾਪਾਨ ਨਾਲ ਕਰਨਾ ਚਾਹੇ, ਆਪਣੀ ਮਰਜ਼ੀ ਹੈ, ਆਪਾਂ ਨੂੰ ਕੋਈ ਮਨਾ ਨਹੀਂ ਕਰ ਸਕਦਾ, ਠੀਕ ਹੈ। ਉਹਨੂੰ ਹੀ ਆਪਾਂ ਪ੍ਰਭੂਤਾ ਕਵਾਂਗੇ। ਤਾਂ ਕਿਸੇ ਨਾ ਕਿਸੇ ਨੂੰ ਭਾਰਤ ਵਿੱਚ ਸ਼ਕਤੀ ਦੇਣੀ ਪੈਣੀ ਹੈ, ਤੇ ਲੋਕਾਂ ਕੋਲੇ ਵੀ ਨਹੀਂ ਹੈ, ਰਾਸ਼ਟਰਪਤੀ ਕੋਲੇ ਵੀ ਨਹੀਂ ਹੈ। ਸੰਸਦ ਆਪਾਂ ਕਹਿੰਦੇ ਹਾਂ ਕਿ ਆਪਣਾ ਤਾਂ ਪੂਰਾ ਸੰਸਦੀ ਸਿਸਟਮ ਹੈ, ਪਰ ਆਪਣੀ ਸੰਸਦ ਵੀ ਇੱਕ ਨਾ ਲਿਮਿਟੇਸ਼ਨ 'ਚ ਕੰਮ ਕਰਦੀ ਹੈ। ਦੇਖੋ ਨਿਆਂਪਾਲਿਕਾ ਤੇ ਸੰਸਦ ਦੋਨਾਂ ਬਾਰੇ ਦੱਸਦਾ। ਇਹ ਦੋਨੋਂ ਵੀ ਇਹਨਾਂ ਦੇ ਦੋਨਾਂ ਦੇ ਆਸ-ਪਾਸ ਵੀ ਆਪਾਂ ਇੱਕ ਬਾਉਂਡਰੀ ਬਣਾਈ ਹੋਈ ਹੈ। ਇਹਨਾਂ ਦੀ ਪਾਵਰ ਦੱਸੀਆਂ ਹੋਈਆਂ ਕਿ ਇਹਨਾਂ ਦੀਆਂ ਕਿੰਨੀਆਂ ਪਾਵਰਸ ਹੋਣਗੀਆਂ, ਕੀ ਹੋ। ਹੁਣ ਇਹਨਾਂ ਦੀ ਇਹ ਬਾਉਂਡਰੀ ਸੈੱਟ ਕੌਣ ਕਰਦਾ ਹੈ? ਇਹਨਾਂ ਦੀ ਇਹ ਬਾਉਂਡਰੀ ਸਾਰਾ ਦਾ ਸਾਰਾ ਆਪਣਾ ਸੰਵਿਧਾਨ ਸੈੱਟ ਕਰਦਾ ਹੈ। ਤਾਂ ਆਪਣੇ ਭਾਰਤ ਵਿੱਚ ਇਸ ਚੀਜ਼ ਨੂੰ ਹੁਣ ਯਾਦ ਰੱਖਣਾ। ਆਪਣੇ ਭਾਰਤ ਵਿੱਚ ਜਿਹੜੀ ਆਪਾਂ ਸਾਰੀ ਪ੍ਰਭੂਤਾ ਪਾਈ ਹੋਈ ਹੈ, ਸੋਵਰੈਨਿਟੀ ਪਾਈ ਹੋਈ ਹੈ, ਇਹ ਸਾਰੀ ਦੀ ਸਾਰੀ ਤੁਹਾਡੀ ਸੰਵਿਧਾਨ ਦੇ ਅੰਦਰ ਪਾਈ ਹੋਈ ਹੈ। ਆਪਣੇ ਭਾਰਤ ਵਿੱਚ ਸਿਰਫ ਸੰਵਿਧਾਨ ਹੀ ਪ੍ਰਭੂਤਾ ਹੋਲਡ ਕਰਦਾ ਹੈ, ਹੋਰ ਕੋਈ ਨਹੀਂ ਕਰਦਾ। ਇਹਨਾਂ ਵਿੱਚੋਂ ਕੋਈ ਵੀ ਸੋਵਰਨ ਨਹੀਂ ਹੈ। ਇਹ ਵੀ ਪ੍ਰੀਲਿਮਸ ਦਾ ਕੁਐਸਚਨ ਬਣ ਜਾਂਦਾ ਹੈ ਕਿ ਭਾਰਤ ਦੀ ਸੰਸਦ ਇੱਕ ਸੋਵਰਨ ਹੈ, ਸੰਪ੍ਰਭੂਤਾ ਹੋਲਡ ਕਰਦੀ ਹੈ? ਨਹੀਂ ਕਰਦੀ। ਆਪਣੇ ਭਾਰਤ ਦੇ ਅੰਦਰ ਸਿਰਫ ਆਪਣਾ ਸੰਵਿਧਾਨ ਹੀ ਸੰਪ੍ਰਭੂਤਾ ਹੋਲਡ ਕਰਦਾ। ਹੁਣ ਮੈਂ ਤੁਹਾਨੂੰ ਇਹ ਕੰਪੈਰੀਜ਼ਨ ਵੀ ਦੱਸਦਾ। ਜਿਹੜੀ ਆਪਣੀ ਬ੍ਰਿਟਿਸ਼ ਸੰਸਦ ਹੈ ਨਾ, ਉਹਨਾਂ ਦੀ ਜਿਹੜੀ ਪਾਰਲੀਮੈਂਟ ਹੈ, ਇਹ ਬ੍ਰਿਟਿਸ਼ ਲਈ ਸੰਪ੍ਰਭੂਤਾ ਹੋਲਡ ਕਰਦੀ ਹੈ। ਇਹ ਕਿੱਦਾਂ ਹੋ ਗਿਆ? ਦੇਖੋ ਉਹਨਾਂ ਨੇ ਨਾ ਕੋਈ ਵੀ ਲਿਖਤੀ, ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਉਹਨਾਂ ਨੇ ਕੋਈ ਵੀ ਲਿਖਤੀ ਸੰਵਿਧਾਨ ਨਹੀਂ ਰੱਖਿਆ ਹੋਇਆ। ਉਹਨਾਂ ਦਾ ਸਭ ਕੁਝ ਇਦਾਂ ਹੀ ਚੱਲਦਾ, ਉਹਨਾਂ ਦਾ ਕੋਈ ਵੀ ਲਿਖਤੀ ਕੰਮ ਨਹੀਂ ਹੈ। ਤਾਂ ਉੱਥੇ ਜਿੰਨੇ ਵੀ ਕਾਨੂੰਨ ਹੈ, ਕੋਈ ਵੀ ਸ਼ਕਤੀ ਡਿਫਾਈਨ ਕਰਨੀ, ਕੁਝ ਵੀ ਕਰਨੀ, ਉੱਥੇ ਸਾਰੇ ਕਾਨੂੰਨੀ ਸੰਸਦ ਬਣਾ। ਅਮਰੀਕਾ ਤੇ ਆਪਾਂ ਇੱਕ ਲਿਖਤੀ ਸੰਵਿਧਾਨ ਬਣਾ ਲਿਆ। ਆਪਾਂ ਜਦੋਂ ਲਿਖਤਾ, ਆਪਾਂ ਇਹ ਤਿੰਨਾਂ ਦੀ ਪਾਵਰ ਵੀ ਡਿਫਾਈਨ ਕਰਤੀ, ਇਹ ਕਿੱਥੇ ਕਿੱਥੇ ਤੱਕ ਕੰਮ ਕਰ ਸਕਦੇ ਆ। ਤਾਂ ਇਸ ਕਾਰਨ ਆਪਾਂ ਸੰਵਿਧਾਨ ਦੇ ਅੰਦਰ ਸਾਰੀ ਸ਼ਕਤੀਆਂ ਪਾਤੀਆਂ, ਪਰ ਉਹਨਾਂ ਨੇ ਆਪਣੀ ਸੰਸਦ ਕੋਲੇ ਹੀ ਸਾਰੀਆਂ ਸ਼ਕਤੀਆਂ ਰੱਖੀਆਂ ਹੋਈਆਂ। ਤਾਂ ਕਈ ਵਾਰੀ ਇਹ ਵੀ ਕੁਐਸਚਨ ਆ ਜਾਂਦਾ ਕਿ ਬ੍ਰਿਟਿਸ਼ ਦੀ ਸੰਸਦ ਆਪਣੀ ਭਾਰਤ ਦੀ ਸੰਸਦ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਆਪਣੇ ਲੋਕਲ ਮਾਮਲਿਆਂ ਵਿੱਚ। ਤਾਂ ਉਹ ਬਿਲਕੁਲ ਸਹੀ ਚੀਜ਼ ਹੋਗੀ, ਕਿਉਂਕਿ ਉਹ ਜੋ ਮਰਜ਼ੀ ਕਾਨੂੰਨ ਬਣਾ ਸਕਦੀ ਹੈ, ਉਹਨੂੰ ਕੋਈ ਨਹੀਂ ਰੋਕ ਸਕਦਾ। ਪਰ ਆਪਣੇ ਸੰਸਦ ਨੂੰ ਆਪਣਾ ਸੰਵਿਧਾਨ ਰੋਕ ਸਕਦਾ ਹੈ, ਠੀਕ ਹੈ। ਜਿਵੇਂ ਆਪਾਂ 7th ਸ਼ਡਿਊਲ ਦੀ ਗੱਲ ਕਰਦੇ ਹਾਂ, ਅਨੁਸੂਚੀ 7ਵੇਂ ਦੀ ਗੱਲ ਕਰਦੇ ਹਾਂ, ਉਹ 'ਚ ਆਪਾਂ ਲਿਖਿਆ ਹੋਇਆ ਹੈ ਕਿ ਸੈਂਟਰ ਗਵਰਨਮੈਂਟ ਕੀ ਕਰੂਗੀ, ਤਾਂ ਸੰਸਦ ਕੀ ਕਰ ਸਕਦੀ ਹੈ, ਤੇ ਉਦੋਂ ਬਾਅਦ ਸਟੇਟ ਗਵਰਨਮੈਂਟ ਕੀ ਕਰ ਸਕਦੀ ਹੈ। ਉਹੀ ਆਪਾਂ ਸਭ ਕੁਝ ਵੰਡਿਆ ਹੋਇਆ, ਠੀਕ ਹੈ। ਤੇ ਇਹ ਸਾਰੀ ਚੀਜ਼ ਇਸ ਤਰੀਕੇ ਨਾਲ। ਹੁਣ ਇਦੋਂ ਅੱਗੇ ਗੱਲ ਕਰੀਏ ਸਮਾਜਵਾਦੀ। ਸਮਾਜਵਾਦੀ ਕੀ ਹੁੰਦਾ? ਦੇਖੋ ਦੁਨੀਆ ਵਿੱਚ 3 ਤਰੀਕੇ ਦੇ ਸਿਸਟਮ ਹੁੰਦੇ ਆ। 3 ਤਰੀਕੇ ਦੀ ਆਰਥਿਕ ਚੀਜ਼ ਹੋ ਸਕਦੀ ਆ। ਤੁਸੀਂ ਪੂੰਜੀਵਾਦੀ ਹੋ ਸਕਦੇ ਹੋ, 3 ਤਰੀਕੇ ਦੀ ਸੋਚ, ਸਰਕਾਰਾਂ ਵੀ ਉਸ ਤਰੀਕੇ ਨਾਲ। ਤੁਸੀਂ ਫਿਰਕਾ ਪ੍ਰਸਤ ਹੋ ਸਕਦੇ ਹੋ। ਪੂੰਜੀਵਾਦੀ ਦਾ ਮਤਲਬ ਇੰਗਲਿਸ਼ ਹੁੰਦਾ ਕੈਪੀਟਲਿਸਟ। ਫਿਰਕਾ ਪ੍ਰਸਤ ਦਾ ਮਤਲਬ ਹੁੰਦਾ ਕਮਿਊਨਿਸਟ, ਠੀਕ ਹੈ। ਪੂੰਜੀਵਾਦੀ ਯਾਨੀ ਕਿ ਜਿਹੜੇ ਤੁਹਾਡੇ ਅਮਰੀਕਾ ਹੋ ਗਿਆ, ਜਿਵੇਂ ਜਿਹੜਾ ਫਿਰਕਾ ਪ੍ਰਸਤ ਜਿਹੜਾ ਪਹਿਲਾਂ USSR ਜਾਂ ਸੋਵੀਅਤ ਸੰਘ ਐਗਜ਼ਿਸਟ ਕਰਦਾ ਸੀ, ਉਹ ਇਹਦਾ ਐਗਜ਼ਾਮਪਲ ਹੋ ਗਿਆ। ਵਿੱਚ ਆ ਗਿਆ ਇੱਕ ਸੈਂਟਰ ਪੁਆਇੰਟ ਬਣਦਾ ਸਮਾਜਵਾਦੀ। ਹੁਣ ਇਹ ਤਿੰਨਾਂ 'ਚ ਫਰਕ ਕੀ ਹੁੰਦਾ? ਦੇਖੋ ਪੂੰਜੀਵਾਦੀ 'ਚ ਆਪਾਂ ਸਭ ਕੁਝ ਪ੍ਰਾਈਵੇਟ ਸੈਕਟਰ ਤੇ ਛੱਡ ਦਿੰਦੇ ਹਾਂ। ਪ੍ਰਾਈਵੇਟ ਸੈਕਟਰ ਜਿਹੜਾ ਬੰਦਾ ਅਫੋਰਡ ਕਰ ਸਕਦਾ ਹੈ, ਜਿਹੜਾ ਬੰਦਾ ਉਹਨਾਂ ਫੈਸਿਲਿਟੀ ਲੈ ਸਕਦਾ, ਸਭ ਕੁਝ ਉਹਨਾਂ ਸਿਰ ਤੇ ਹੈ, ਠੀਕ ਹੈ।
ਪਰ ਇਹਦੇ ਨਾਲ ਇੱਕ ਹੋਰ ਚੀਜ਼ ਵੀ ਜੁੜੀ ਹੋਈ ਹੈ, ਉਹ ਹੈਗੀ ਆ ਆਜ਼ਾਦੀ। ਹਰ ਬੰਦੇ ਨੂੰ ਹਰ ਕੰਮ ਕਰਨ ਦੀ ਆਜ਼ਾਦੀ ਹੈ। ਕੋਈ ਵੀ ਬੰਦਾ ਕੋਈ ਵੀ ਕੰਮ ਸ਼ੁਰੂ ਕਰ ਸਕਦਾ ਹੈ, ਜਿੰਨਾ ਮਰਜ਼ੀ ਕਾਮਯਾਬ ਹੋ ਸਕਦਾ ਹੈ। ਸਰਕਾਰ ਕਿਸੇ ਨੂੰ ਵੀ ਰੋਕੂਗੀ ਨਹੀਂ। ਤੇ ਇਹੀ ਚੀਜ਼ ਇੱਥੇ ਇਸ ਚੀਜ਼ ਨਾਲ ਆਉਂਦੀ ਹੈ ਕਿ ਮਤਲਬ ਕੈਪੀਟਲਿਜ਼ਮ ਵਿੱਚ ਇਹ ਤਾਂ ਮਿਲਦਾ ਕਿ ਆਜ਼ਾਦੀ ਤੁਹਾਡੀ ਹੈ, ਪਰ ਆਜ਼ਾਦੀ ਦੇ ਨਾਲ ਜੇ ਤੁਸੀਂ ਨਹੀਂ ਜ਼ਿੰਦਗੀ 'ਚ ਕੁਝ ਕਰ ਪਾਏ, ਜਾਂ ਤੁਸੀਂ ਜਿਸ ਸਟੇਟ ਵਿੱਚ ਹੋ, ਤੁਹਾਡਾ ਮਤਲਬ ਜੇ ਕੋਈ ਬੇਸਿਕ ਜ਼ਰੂਰਤਾਂ ਵੀ ਨਹੀਂ ਪੂਰੀਆਂ ਹੋ ਰਹੀਆਂ, ਸਰਕਾਰ ਦੀ ਆਪਣੇ ਆਪ 'ਚ ਕੋਈ ਜ਼ਿੰਮੇਦਾਰੀ ਨਹੀਂ ਹੈ। ਸਰਕਾਰ ਬਸ ਸਿਰਫ ਤੁਹਾਨੂੰ ਆਜ਼ਾਦੀ ਦੇ ਰਹੀ ਹੈ, ਜੋ ਮਰਜ਼ੀ ਕੰਮ ਕਰ ਲਓ, ਠੀਕ ਹੈ, ਅੰਟਿਲ ਅਨਲੈਸ ਗੈਰ ਕਾਨੂੰਨੀ ਕੰਮ ਨਾ ਹੋਵੇ, ਜੋ ਮਰਜ਼ੀ ਕੰਮ ਸ਼ੁਰੂ ਕਰ ਲਓ। ਦੂਜੇ ਪਾਸੇ ਫਿਰਕਾ ਪ੍ਰਸਤ ਜਾਂ ਕਮਿਊਨਿਸਟ ਜਿਹੜੇ ਹੁੰਦੇ ਆ, ਉਹਨਾਂ ਦਾ ਕੀ ਕੰਮ ਆ? ਉਹਨਾਂ ਦਾ ਕਹਿਣਾ ਹੈ ਕਿ ਸਭ ਕੁਝ ਸਰਕਾਰੀ, ਜ਼ਮੀਨ ਵੀ ਸਰਕਾਰੀ, ਨੌਕਰੀਆਂ ਵੀ ਸਰਕਾਰੀ, ਪੈਸਾ ਵੀ ਸਭ ਸਾਰਾ ਸਰਕਾਰ ਦਾ, ਘਰ ਵੀ ਸਰਕਾਰ ਦਾ, ਸਭ ਕੁਝ ਸਰਕਾਰ ਦਾ। ਇੱਥੇ ਕੀ ਹੁੰਦਾ, ਸਾਰੀ ਜ਼ਿੰਮੇਦਾਰੀ ਤੁਹਾਡੀ ਸਰਕਾਰ ਚੱਕ ਰਹੀ ਹੈ ਕਿ ਤੁਹਾਡਾ ਜਿੰਨਾ ਵੀ ਰਹਿਣ ਗੁਜ਼ਾਰਾ ਕੰਮ ਹੈ, ਉਹ ਸਭ ਕੁਝ ਸਰਕਾਰ ਟੇਕ ਕੇਅਰ ਕਰੂਗੀ। ਤੁਹਾਨੂੰ ਬਸ ਸਿਰਫ ਇੱਕ ਚੀਜ਼ ਦਾ ਕੰਮ ਕਰਨਾ ਹੈ ਕਿ ਤੁਸੀਂ ਜੋ ਕੰਮ ਤੁਹਾਨੂੰ ਸਰਕਾਰ ਦਊਗੀ ਨਾ, ਕਿ ਅੱਜ ਜਾ ਕੇ ਤੁਸੀਂ ਕਿਸੇ ਖੇਤ 'ਚ ਕੰਮ ਕਰਨ ਲੱਗ ਜਾਓ, ਤੁਹਾਨੂੰ ਖੇਤ 'ਚ ਕੰਮ ਕਰਨਾ ਹੀ ਪਊਗਾ, ਮਨਾ ਨਹੀਂ ਕਰ ਸਕਦੇ। ਇੱਥੇ ਆਜ਼ਾਦੀ ਨਹੀਂ ਹੈ, ਪਰ ਸਰਕਾਰ ਤੁਹਾਡੀ ਸਾਰੀ ਬੇਸਿਕ ਸਹੂਲਤਾਂ ਦਾ ਧਿਆਨ ਰੱਖੂਗੀ, ਠੀਕ ਹੈ। ਤਾਂ ਸਮਾਜਵਾਦੀ ਇੱਕ ਤਾਂ ਇਹ ਦੋਨਾਂ ਦਾ ਮਿਕਸਚਰ ਹੈ, ਜਿੱਥੇ ਤੁਸੀਂ ਪ੍ਰਾਈਵੇਟ ਸੈਕਟਰ ਵੀ ਚਲਾ ਸਕਦੇ ਹੋ ਤੇ ਪਬਲਿਕ ਸੈਕਟਰ ਵੀ ਚਲਾ ਸਕਦੇ ਹੋ। ਦੂਜਾ, ਸਮਾਜਵਾਦੀ ਤੇ ਫਿਰਕਾ ਪ੍ਰਸਤ, ਇਹ ਦੋਨਾਂ ਦੀ ਅਲਟੀਮੇਟ ਕੋਸ਼ਿਸ਼ ਕੀ ਹੁੰਦੀ ਹੈ ਕਿ ਆਪਾਂ ਕੀ ਕਰਨਾ ਹੈ, ਆਪਾਂ ਇੱਕ ਇੱਦਾਂ ਦਾ ਸਿਸਟਮ ਬਣਾਉਣਾ ਹੈ ਜਿਹੜਾ ਲੋਕਾਂ ਦੀ ਭਲਾਈ ਕਰੇ, ਕਲਿਆਣਕਾਰੀ ਹੋਵੇ, ਕਲਿਆਣ ਕਰੇ ਲੋਕਾਂ ਦਾ, ਕਲਿਆਣਕਾਰੀ ਹੋਵੇ। ਸਾਰੀ ਉੱਤੇ ਲਿਖਤਾ ਸੀ, ਅੱਛਾ ਮੈਂ ਠੀਕ ਹੈ, ਕਲਿਆਣਕਾਰੀ ਰਾਜ ਬਣਾਉਣਾ ਹੈ, ਤਾਂ ਜਿੱਥੇ ਲੋਕਾਂ ਦਾ ਭਲਾ ਹੋਵੇ, ਆਪਾਂ ਇੱਕ ਇੱਦਾਂ ਦਾ ਸਿਸਟਮ ਬਣਾਉਣਾ ਹੈ ਆਪਣੇ ਇੱਥੇ। ਇਹ ਸਾਰੀ ਕੋਸ਼ਿਸ਼ ਹੈ ਇੱਥੇ, ਠੀਕ ਹੈ। ਤਾਂ ਇਹੀ ਆਪਣੇ ਭਾਰਤ ਦੀ ਸਰਕਾਰ ਵੀ ਕਹਿੰਦੀ ਹੈ, ਤਾਂ ਹੀ ਆਪਣੇ ਮਨਰੇਗਾ, ਆਯੁਸ਼ਮਾਨ ਭਾਰਤ, ਇੱਦਾਂ ਦੀ ਤਾਂ ਹੀ ਆਪਾਂ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ, ਤਾਂ ਕਿ ਆਪਾਂ ਲੋਕ ਭਲਾਈ ਦਾ ਕੰਮ ਕਰ ਸਕੀਏ, ਲੋਕਾਂ ਨੂੰ ਜੋ ਸਹੂਲਤਾਂ ਦੇਣੀਆਂ ਉਹ ਦੇ ਸਕੀਏ। ਇੱਦਾਂ ਅੱਗੇ ਗੱਲ ਕਰੀਏ ਸੈਕੂਲਰ ਹੋਣਾ ਜਾਂ ਧਰਮ ਨਿਰਪੇਖ ਹੋਣਾ, ਇਹਦਾ ਕੀ ਮਤਲਬ ਹੈ? ਦੇਖੋ, ਧਰਮ ਨਿਰਪੇਖ ਆਪਣੇ ਆਪ ਦੋ ਤਰੀਕੇ ਦਾ ਹੁੰਦਾ ਹੈ, ਸਕਾਰਾਤਮਕ ਤੇ ਨਕਾਰਾਤਮਕ। ਨੈਗੇਟਿਵ ਸਾਈਡ ਜੇ ਮੈਂ ਦੇਖਾਂ, ਇਹਦਾ ਕੀ ਮਤਲਬ ਹੁੰਦਾ ਹੈ? ਇਹਦਾ ਮਤਲਬ ਇਹ ਨਾ, ਜ਼ਿਆਦਾਤਰ ਜਿੰਨੇ ਵੀ ਥੋੜੀ ਵੈਸਟਰਨ ਕੰਟਰੀਜ਼ ਹੈ, ਜਿਹੜਾ ਯੂਰਪ ਹੋ ਗਿਆ, ਜਿੰਨੇ ਵੀ ਪੱਛਮੀ ਦੇਸ਼ ਹੋ ਗਏ, ਇਹ ਸਾਰੇ ਦੇ ਸਾਰੇ ਦੇਸ਼ਾਂ ਦੇ ਅੰਦਰ ਇਹ ਕਨਸੈਪਟ ਐਗਜ਼ਿਸਟ ਕਰਦਾ ਹੈ। ਜਿੰਨੇ ਵੀ ਆਪਣੇ ਪੱਛਮੀ ਦੇਸ਼ ਹੋ ਗਏ, ਠੀਕ ਹੈ, ਇਹ ਸਾਰੇ ਦੇਸ਼ਾਂ ਵਿੱਚ ਇਹ ਕਨਸੈਪਟ ਐਗਜ਼ਿਸਟ ਕਰਦਾ। ਦੇਖੋ, ਉਹਨਾਂ ਦਾ ਕੰਮ ਬਹੁਤ ਸੌਖਾ ਸੀ ਜਦੋਂ ਉਹਨਾਂ ਨੇ ਧਰਮ ਨੂੰ ਪੋਲਿਟਿਕਸ ਤੋਂ ਅੱਡ ਕਰਨ ਦੀ ਗੱਲ ਕੀਤੀ। ਉਹਨਾਂ ਦੇ ਉੱਥੇ ਸਰਕਾਰ ਸੀਗੀ, ਠੀਕ ਹੈ, ਜਿਹਨੂੰ ਆਪਾਂ ਸਟੇਟ ਕਹਿ ਲੈਂਦੇ ਹਾਂ, ਤੇ ਉਹਨਾਂ ਦੇ ਅੰਦਰ ਉੱਥੇ ਕੋਈ ਧਰਮ ਸੀਗਾ, ਇੱਕੋ ਹੀ ਧਰਮ ਰਿਹਾ ਉਹਨਾਂ ਦਾ, ਕ੍ਰਿਸਚੈਨਿਟੀ, ਸਭ ਤੋਂ ਵੱਡਾ ਧਰਮ ਉੱਥੇ ਉਹੀ ਹੈ। ਉਹਨਾਂ ਨੂੰ ਇਸ ਕਾਰਨ ਕੋਈ ਤਕਲੀਫ ਨਹੀਂ ਸੀਗਾ। ਆਪਣਾ ਸਾਰਾ ਰਿਸ਼ਤੇ ਉਹਨਾਂ ਨੇ ਕੀ ਕੀਤਾ, ਜਦੋਂ ਨਵੇਂ ਲੋਕਤੰਤਰ ਬਣਾਉਣੇ ਸ਼ੁਰੂ ਕੀਤੇ, ਉਹਨਾਂ ਨੇ ਇੱਕ ਵਿੱਚ ਦੀਵਾਰ ਬਣਾ ਦਿੱਤੀ ਇੱਕ ਤਰੀਕੇ ਨਾਲ। ਉਹਨਾਂ ਨੇ ਕਿਹਾ ਕਿ ਦੇਖੋ, ਜਿਹੜੀ ਸਟੇਟ ਹੈ, ਜਿਹੜਾ ਰਾਜ ਹੈ, ਉਹ ਆਪਣਾ ਖੁਦ ਦਾ ਕੰਮ ਕਰੂਗਾ, ਠੀਕ ਹੈ। ਦੂਜੇ ਪਾਸੇ ਜਿਹੜਾ ਧਰਮ ਹੈ, ਧਰਮ ਆਪਣਾ ਖੁਦ ਦਾ ਕੰਮ ਕਰੇ। ਇਹ ਦੋਨੋਂ ਅੱਡ-ਅੱਡ ਰਸਤੇ ਚੱਲਣਗੇ। ਪਹਿਲਾਂ ਕੀ ਹੁੰਦਾ ਸੀ, ਜਿਹੜਾ ਉੱਥੇ ਜਿਵੇਂ ਚਰਚ ਸੀ, ਚਰਚ ਥੋੜਾ ਦਖਲ ਅੰਦਾਜ਼ੀ ਕਰਦਾ ਸੀ ਪੋਲਿਟਿਕਸ ਵਿੱਚ, ਕਿ ਜੋ ਵੀ ਧਰਮ ਨੂੰ ਚਾਹੀਦਾ ਹੈ, ਉਹ ਚੀਜ਼ ਪੂਰੀ ਕਰਨ ਲਈ ਉਹ ਰਾਜਿਆਂ ਨੂੰ ਫੋਰਸ ਕਰਦਾ ਸੀ ਸਭ ਕੁਝ। ਇੱਥੇ ਰਾਜਾ ਨੇ ਕਿਹਾ ਕਿ ਦੇਖੋ, ਤੁਸੀਂ ਕਿ ਧਰਮ ਹਰ ਬੰਦੇ ਦਾ ਆਪਣਾ ਆਪਣਾ ਖੁਦ ਦਾ ਵਿਸ਼ਵਾਸ ਹੈ, ਸਟੇਟ ਦਾ ਕੁਝ ਲੈਣਾ ਦੇਣਾ ਨਹੀਂ ਉਹ ਤੋਂ। ਤੇ ਦੂਜੇ ਪਾਸੇ ਸਟੇਟ ਧਰਮ ਵਿੱਚ ਨਹੀਂ ਦਖਲ ਦਊਗੀ, ਤੇ ਧਰਮ ਸਟੇਟ ਦੇ ਕੰਮ ਵਿੱਚ ਦਖਲ ਨਹੀਂ ਦਊਗਾ। ਦੋਨੋਂ ਆਪਣਾ ਆਪਣਾ ਕੰਮ ਕਰ ਸਕਦੇ ਆ। ਹੁਣ ਇਹੀ ਗੱਲ ਭਾਰਤ ਲਈ ਲਾਗੂ ਨਹੀਂ ਹੁੰਦੀ ਕਿ ਆਪਾਂ ਇੱਦਾਂ ਸਿੱਧਾ ਹੀ ਸਾਰੇ ਰਿਸ਼ਤੇ ਤੋੜ ਦਿੰਦੇ। ਕਿਉਂ? ਕਿਉਂਕਿ ਆਪਣੇ ਦੇਖੋ, ਇੱਥੇ ਸੱਚਾਈ ਦੇਖੋ, ਆਪਣੇ ਇੱਥੇ 150 ਕਰੋੜ ਦੀ ਆਬਾਦੀ ਹੈ। ਇਹਦੇ ਅੰਦਰ ਜੇ ਮੈਂ ਧਰਮਾਂ ਦੀ ਗੱਲ ਕਰਾਂ, ਪਹਿਲੇ ਦੋ ਸਭ ਤੋਂ ਵੱਡੇ ਧਰਮਾਂ ਦੀ ਗੱਲ ਕਰਾਂ, ਹਿੰਦੂ ਆਪਣੇ ਇੱਥੇ 78% ਆਬਾਦੀ ਹੈ, ਠੀਕ ਹੈ। ਆਪਣੇ ਇੱਥੇ ਮੁਸਲਮਾਨਾਂ ਦੀ ਗੱਲ ਕਰਾਂ, ਜੋ ਦੂਜਾ ਸਭ ਤੋਂ ਵੱਡਾ ਭਾਰਤ ਦਾ ਧਰਮ ਹੈ, ਮੁਸਲਮਾਨ 12% ਬਣਦੇ ਆ ਪੂਰੇ ਦਾ, ਠੀਕ ਹੈ। ਬਾਕੀ 2-2.5% ਸਿੱਖ, ਜਿਵੇਂ 2.5% ਹੈ, ਤੇ ਇੱਦਾਂ ਇੱਦਾਂ ਸਾਰੇ ਰਿਲੀਜਨ ਹੈ। ਹੁਣ 150 ਕਰੋੜ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਪਰਸੈਂਟੇਜ ਵਿੱਚ ਕਿੰਨਾ ਵੱਡਾ ਫਰਕ ਹੈ, ਕਿ ਹਿੰਦੂ ਦੀ ਬਹੁਤ ਵੱਡੀ ਮੈਜੋਰਿਟੀ ਹੈ। ਪਰ ਜੇ ਮੈਂ ਛੋਟੇ ਮੋਟੇ ਧਰਮਾਂ ਦੀ ਵੀ ਗੱਲ ਕਰਾਂ,
चलो छोटा तो नहीं है, दूजे नंबर पे है 12%। 12% सुनने च लगता है कि 12% छोटा ही तो नंबर है, पर 12% ਕਿਹਦਾ 150 ਕਰੋੜ ਦਾ, ਇਹ ਕਰਦੇ ਕਰਾਂਦੇ 25 ਕਰੋੜ ਦੇ ਕਰੀਬ ਤੇ ਹੀ ਹੋ ਜਾਂਦਾ। ਤਾਂ ਆਪਾਂ ਨੰਬਰ ਵਿੱਚ ਛੋਟੇ ਨਹੀਂ ਰਹਿੰਦੇ। ਤਾਂ ਆਪਾਂ ਇਦਾਂ ਪੂਰੇ ਭਾਰਤ ਦੇ ਅੰਦਰ ਇਹ ਸਿਸਟਮ ਨਹੀਂ ਕਰ ਸਕਦੇ ਜਿੱਥੇ ਆਪਾਂ ਸਾਰੇ ਧਰਮਾਂ ਨੂੰ ਕਹੀਏ ਤੁਸੀਂ ਆਪਣੇ ਰਸਤੇ, ਆਪਾਂ ਆਪਣੇ ਰਸਤੇ। ਆਪਣੇ ਭਾਰਤ 'ਚ ਇੰਨੇ ਜ਼ਿਆਦਾ ਧਰਮ ਹੈ, ਇਹ ਆਪਸ 'ਚ ਹੀ ਨਾ ਲੜ ਪੈਣ। ਤਾਂ ਆਪਣੇ ਭਾਰਤ ਦੀ ਸਰਕਾਰ ਨੂੰ ਜ਼ਰੂਰੀ ਸੀ ਕਿ ਆਪਾਂ ਕੋਈ ਇਦਾਂ ਦੀ ਸਕੀਮ ਰੱਖੀਏ ਜਿੱਥੇ ਆਪਾਂ ਸਰਕਾਰ ਨੂੰ ਵੀ ਇੱਕ ਤਾਂ ਦੂਰ ਰੱਖ ਸਕੀਏ ਧਰਮਾਂ ਤੋਂ, ਦੂਜਾ ਧਰਮਾਂ ਨੂੰ ਇੱਕ ਤਰੀਕੇ ਨਾਲ ਕੰਟਰੋਲ 'ਚ ਰੱਖ ਸਕੀਏ ਕਿ ਆਪਸ 'ਚ ਇਦਾਂ ਦੀਆਂ ਚੀਜ਼ਾਂ ਨਾ ਕਰਨ। ਇਸੇ ਲਈ ਆਪਾਂ ਜਿਹੜੀ ਪਾਲਿਸੀ ਬਣਾਈ, ਆਪਾਂ ਕੀ ਕੀਤਾ, ਆਪਾਂ ਇਹਨਾਂ ਨਾਲ ਰਿਸ਼ਤੇ ਤੋੜੇ ਨਹੀਂ, ਤਾਂ ਹੀ ਆਪਾਂ ਸਕਾਰਾਤਮਕ ਹੈ, ਪੋਜ਼ਿਟਿਵ ਹੈ ਕਿ ਆਪਾਂ ਇਹਨਾਂ ਨਾਲ ਰਿਸ਼ਤੇ ਤੋੜੇ ਨਹੀਂ। ਇਹਨਾਂ ਨੇ ਸਾਰੇ ਰਿਸ਼ਤੇ ਤੋੜਤੇ, ਆਪਾਂ ਰਿਸ਼ਤੇ ਨਹੀਂ ਤੋੜੇ। ਆਪਾਂ ਇਹ ਸਾਰੇ ਧਰਮਾਂ ਨਾਲ ਜਿਹੜੀ ਆਪਣੀ ਭਾਰਤ ਦੀ ਸਰਕਾਰ ਸਬਰ ਦਾ ਗੈਪ ਬਣਾ ਲਿਆ ਕਿ ਆਪਣੇ ਵਿੱਚ ਦੂਰੀ ਬਣੀ ਰਹੂਗੀ, ਤੁਸੀਂ ਮੇਰੇ ਕੰਮਾਂ 'ਚ ਦਖਲ ਨਹੀਂ ਦੇ ਸਕਦੇ। ਪਰ ਜੇ ਕਿਸੇ ਵੀ ਧਰਮ ਵਿੱਚ ਕੁਝ ਵੀ ਗਲਤ ਹੁੰਦਾ, ਉਹਦੇ ਲਈ ਸਰਕਾਰ ਨੇ ਪਾਲਿਸੀ ਰੱਖੀ ਰਣਨੀਤਕ ਦਖਲ ਦੇਣ ਦੀ। ਇਹਦਾ ਕੀ ਮਤਲਬ ਹੋਊਗਾ ਕਿ ਜੇ ਕਿਸੇ ਵੀ ਧਰਮ ਦੇ ਅੰਦਰ ਕੁਝ ਵੀ ਗਲਤ ਹੁੰਦਾ ਹੈ, ਭਾਰਤ ਸਰਕਾਰ ਜਾਂ ਕੋਈ ਵੀ ਸਟੇਟ ਗਵਰਨਮੈਂਟ ਉਹ ਦਖਲ ਦੇ ਕੇ ਉਹਨਾਂ ਨੂੰ ਰੋਕ ਸਕਦੀ ਹੈ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਇੱਥੇ, ਠੀਕ ਹੈ, ਅਸੀਂ ਇਹ ਕੰਮ ਨੂੰ ਅਲਾਉ ਨਹੀਂ ਕਰਾਂਗੇ। ਜਿਵੇਂ ਕਿ ਲੈਟਸ ਸਪੋਜ਼ ਕੋਈ ਧਰਮ ਹੈ ਜਿਹੜਾ ਬਲੀਆਂ ਚੜਾਉਣ ਲੱਗ ਗਿਆ, ਠੀਕ ਹੈ, ਜਾਂ ਔਰਤਾਂ ਨੂੰ ਕਿਸੇ ਮੰਦਿਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ, ਤਾਂ ਭਾਰਤ ਸਰਕਾਰ ਦਖਲ ਦੇ ਕੇ, ਜੇ ਉਹ ਉਸ ਧਰਮ ਦਾ ਮੌਲਿਕ ਸਿਧਾਂਤ ਨਹੀਂ ਹੈ, ਤਾਂ ਉਹ ਸਾਰੀਆਂ ਚੀਜ਼ਾਂ ਬੰਦ ਕਰਵਾ ਸਕਦੀ ਹੈ। ਬਲੀਆਂ ਤਾਂ ਵੈਸੇ ਹੀ ਬੰਦ ਕਰਵਾ ਦੂਗੀ, ਪਰ ਜੇ ਹੋਰ ਵੀ ਕੋਈ ਪ੍ਰੈਕਟਿਸ ਹੈਗੀ ਹੈ ਉਹ ਵੀ ਬੰਦ ਕਰਵਾ ਸਕਦੀ ਹੈ, ਸਾਰੀ ਦੀ ਸਾਰੀ ਇਸ ਤਰੀਕੇ ਨਾਲ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਆਪਾਂ ਸਕਾਰਾਤਮਕ ਸੈਕੂਲਰਿਜ਼ਮ ਰੱਖਿਆ ਹੋਇਆ ਕਿ ਆਪਾਂ ਧਰਮ ਨਿਰਪੇਖ ਹੈ, ਪਰ ਇਸ ਤਰੀਕੇ ਨਾਲ ਹੈ ਕਿ ਸਾਰੇ ਧਰਮ ਆਪਣੀ ਸਰਕਾਰ ਲਈ ਬਰਾਬਰ ਹੈ, ਉਹਨਾਂ ਲਈ ਕੋਈ ਧਰਮ ਮਾਨਤਾ ਨਹੀਂ ਰੱਖਦਾ। ਇਹ ਫਰਕ ਹੈ ਦੋਨਾਂ 'ਚ। ਹੁਣ ਜਿਹੜਾ ਮੈਂ ਤੁਹਾਨੂੰ ਹੁਣ ਜਿਹੜੇ ਅੱਗੇ ਇੱਕ ਵਾਰੀ ਦੁਬਾਰਾ ਤੋਂ ਇਹ ਸਾਰਾ ਸੰਵਿਧਾਨ ਅੱਗੇ ਪੜ੍ਹੀਏ ਤੇ ਆਪਾਂ ਆਪਣੇ ਭਾਰਤ ਦੇ ਨਾਗਰਿਕਾਂ ਨੂੰ ਕੀ ਦੇਣਾ ਚਾਹੁੰਦੇ ਹਾਂ, ਉਹ ਹੈਗਾ ਆਪਾਂ ਆਪਣੇ ਭਾਰਤ ਦੇ ਨਾਗਰਿਕਾਂ ਨੂੰ ਨਿਆਏ, ਆਜ਼ਾਦੀ, ਬਰਾਬਰੀ ਤੇ ਭਾਈਚਾਰਾ ਦੇਣਾ ਚਾਹੁੰਦੇ ਹਾਂ ਤਾਂ ਕਿ ਆਪਣਾ ਰਾਸ਼ਟਰ ਏਕਤਾ ਬਣੀ ਰਵੇ ਤੇ ਅਖੰਡਤਾ ਬਣੀ ਰਵੇ। ਹੁਣ ਆਹ ਸਾਰਾ ਆਰਡਰ ਵੀ ਤੁਹਾਨੂੰ ਯਾਦ ਕਰਨਾ ਪੈਣਾ ਕਿ ਇਸੇ ਤਰੀਕੇ ਨਾਲ ਹੋਵੇ ਤੇ ਇਹਨਾਂ ਦੇ ਅੰਦਰ ਆਹ ਜੋ ਆਰਡਰ ਵੀ ਲਿਖੇ ਨੇ, ਜਿਵੇਂ ਜਿਹੜਾ ਨਿਆਏ ਆ, ਦੇਖੋ ਇਹ ਇਦਾਂ ਨਹੀਂ ਲਿਖਿਆ ਰੈਂਡਮਲੀ ਕਿ ਕੋਈ ਵੀ ਸ਼ਬਦ ਜਿੱਥੇ ਆਇਆ ਉਦਾਂ ਲਿਖ ਦਈਏ, ਇਹ ਬਹੁਤ ਸੋਚ ਸਮਝ ਕੇ ਲਿਖਿਆ ਗਿਆ। ਹੁਣ ਨਿਆਏ ਦੀ ਗੱਲ ਕਰਾਂ, ਜਸਟਿਸ ਦੀ ਗੱਲ ਕਰਾਂ, ਦੇਖੋ ਜੇ ਸਮਾਜ ਵਿੱਚ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਨਾ, ਹੁਣ ਤੁਸੀਂ ਮੰਨ ਲਓ ਕਿ ਦੋ ਬੰਦੇ, ਇੱਕ ਏ ਹੈ ਤੇ ਇੱਕ ਬੀ ਹੈ, ਇਹ ਮੰਨ ਲਓ ਕਿ ਇਹ ਕੋਈ ਲੋਅਰ ਸੋ ਕਾਲਡ ਲੋਅਰ ਕਾਸਟ ਦਾ ਬੰਦਾ ਹੈ ਤੇ ਬੀ ਜੋ ਹੈ ਸੋ ਕਾਲਡ ਕੋਈ ਅਪਰ ਕਾਸਟ ਦਾ ਬੰਦਾ ਹੈ। ਇਹ ਦੋਨਾਂ ਨੇ ਇੱਕ ਦੁਕਾਨ, ਦੋਨਾਂ ਨੇ ਆਪਣੀ ਆਪਣੀ ਦੁਕਾਨਾਂ ਪਾਈਆਂ। ਜੇ ਮੈਂ ਮੰਨ ਲਾਂ ਕਿ ਅੱਜ ਵੀ ਸਮਾਜ ਦੇ ਅੰਦਰ ਥੋੜੇ ਕਾਸਟ ਦੇ ਬੇਸਿਸ ਤੇ ਲੋਕ ਪੂਰੀ ਡਿਸਕ੍ਰਿਮੀਨੇਸ਼ਨ ਕਰਦੇ, ਜਿਹੜੀ 1950 ਤੋਂ ਪਹਿਲਾਂ ਜਿਵੇਂ ਚੱਲ ਰਿਹਾ ਸੀ ਭਾਰਤ ਦੇ ਅੰਦਰ, ਜਾਂ 1500 ਮੰਨ ਲਓ ਸਾਲ ਵਿੱਚ, ਇਦਾਂ ਨੇ ਦੋਨਾਂ ਨੇ ਕਰਿਆਨੇ ਦੀ ਦੁਕਾਨ ਖੋਲੀ, ਕਿਹਦੀ ਦੁਕਾਨ ਚੱਲੂਗੀ ਕਿਹਦੀ ਨਹੀਂ ਚੱਲੂਗੀ? ਸ਼ਰਤੀਆ ਇਹਦੀ ਚੱਲੂਗੀ ਇਹਦੀ ਨਹੀਂ ਚੱਲੂਗੀ। ਕਿਉਂ? ਕਿਉਂਕਿ ਲੋਕ ਕਾਸਟ ਦੇ ਬੇਸਿਸ ਤੇ ਦੁਕਾਨ ਨੂੰ ਜੱਜ ਕਰ ਰਹੇ, ਚਾਹੇ ਮਹਿੰਗਾ ਕਿਉਂ ਨਾ ਲਾ ਰਿਹਾ ਹੋਵੇ ਤਾਂ ਵੀ ਲੋਕ ਉਹਦੇ ਕੋਲ ਜਾਣਗੇ। ਹੁਣ ਇਹ ਆਪਣੇ ਆਪ 'ਚ ਗਲਤ ਹੈ ਕਿਉਂਕਿ ਸਮਾਜ 'ਚ ਲੋਕਾਂ ਨੂੰ ਕਾਸਟ ਦੇ ਬੇਸਿਸ ਤੇ ਜੱਜ ਕੀਤਾ ਜਾ ਰਿਹਾ। ਇਸੇ ਕਾਰਨ ਨਿਆਂ ਸਭ ਤੋਂ ਪਹਿਲਾਂ ਸਮਾਜ ਵਿੱਚ ਦੇਣਾ ਜ਼ਰੂਰੀ ਹੈ, ਫੇਰ ਹੀ ਤਾਂ ਉਹਨਾਂ ਦਾ ਆਰਥਿਕ ਭਲਾ ਹੋ ਸਕਦਾ, ਫੇਰ ਦੋਨਾਂ ਦੀ ਦੁਕਾਨਾਂ ਤਾਂ ਹੀ ਤਾਂ ਬਰਾਬਰ ਹੋਣਗੀਆਂ, ਫੇਰ ਦੋਨੋਂ ਮੁਕਾਬਲਾ ਕਰਨਗੇ, ਜਿਹਦੀ ਦੁਕਾਨ ਚੱਲ ਸਕਦੀ ਹੈ ਫੇਰ ਚੱਲੂਗੀ। ਤੇ ਆਖਰੀ ਵਿੱਚ ਜਿਹੜੇ ਬੰਦੇ ਕੋਲੇ ਪੈਸਾ ਹੋਊਗਾ, ਸਮਾਜ 'ਚ ਬਰਾਬਰੀ ਹੋਊਗੀ, ਉਹੀ ਤਾਂ ਰਾਜਨੀਤੀ ਲੜ ਸਕਦਾ। ਇਸੇ ਲਈ ਆਹ ਆਰਡਰ ਇੱਦਾਂ ਰੱਖਿਆ ਗਿਆ। ਆਜ਼ਾਦੀ ਦੀ ਗੱਲ ਕਰੀਏ, ਆਜ਼ਾਦੀ ਆਪਾਂ ਨੂੰ ਵਿਚਾਰਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਪਹਿਲਾਂ ਦਿੱਤੀ ਗਈ ਹੈ। ਤੁਹਾਡੇ ਵਿਸ਼ਵਾਸ, ਦੂਜੇ ਵਾਰੀ ਵਿਸ਼ਵਾਸ ਆ ਗਿਆ, ਤੁਹਾਡੇ ਵਿਸ਼ਵਾਸ ਤੇ ਪੂਜਾ ਦੀ ਆਜ਼ਾਦੀ ਉਸ ਤੋਂ ਬਾਅਦ ਰੱਖੀ ਗਈ ਹੈ। ਹੁਣ ਇਹਦਾ ਕੀ ਮਤਲਬ ਹੈ? ਦੇਖੋ ਹੋਇਆ ਕੀ ਸੀ, ਤੁਹਾਡੇ ਧਰਮ ਤੋਂ ਪਹਿਲਾਂ ਤੁਹਾਨੂੰ ਸੋਚਣ ਦੀ ਵਿਚਾਰ ਆਜ਼ਾਦੀ ਦਿੱਤੀ ਗਈ। ਇਹਦਾ ਕੀ ਮਤਲਬ ਹੈ? ਦੇਖੋ ਆਪਣੇ ਭਾਰਤ ਕਿੱਥੇ ਗਲਤ ਚਲਾ ਗਿਆ ਸੀ ਪੁਰਾਣ ਕਾਲ ਵਿੱਚ, ਜਦੋਂ ਆਪਾਂ ਇੰਨੇ ਸਾਰੇ ਵਹਿਮਾਂ ਚਲੇ ਗਏ ਸੀ ਕਿ ਔਰਤਾਂ ਨੂੰ ਜ਼ਿੰਦਾ ਜਲਾਈ ਜਾ ਰਹੇ ਆ, ਸਤੀ ਕਰ ਰਹੇ ਆ, ਠੀਕ ਹੈ, ਫਿਰ ਕਾਸਟ ਸਿਸਟਮ ਆਹ ਬਣਾਤਾ, ਆਪਾਂ ਇੱਦਾਂ ਪਿਛੜਦੇ ਗਏ ਆ। ਜੇ ਲੋਕਾਂ ਨੇ ਵਿਚਾਰ ਰੱਖਿਆ ਹੁੰਦਾ, ਇਸ ਚੀਜ਼ ਨੂੰ ਟਾਈਮ ਸਿਰ ਹੀ ਰੋਕ ਦਿੱਤਾ ਹੁੰਦਾ, ਇਹ ਕਦੀ ਆਉਂਦੀ ਹੀ ਨਾ। ਤਾਂ ਆਪਣੀ ਇੱਥੇ ਕੋਸ਼ਿਸ਼ ਹੈ ਕਿ ਇਹ ਚੀਜ਼ ਇੱਦਾਂ ਨਾ ਵਧੇ, ਆਪਾਂ ਪਹਿਲਾਂ ਹੀ ਇਹ ਸਾਰੀ ਚੀਜ਼ਾਂ ਨੂੰ ਰੋਕ ਦਈਏ। ਇਸੇ ਲਈ
ਆਪਾਂ ਲੋਕਾਂ ਨੂੰ ਪਹਿਲਾਂ ਵਿਚਾਰ ਤੇ ਪ੍ਰਗਟ ਕਰਨ ਦੀ ਆਜ਼ਾਦੀ ਦਿੱਤੀ ਹੈ ਤੇ ਉਸ ਤੋਂ ਬਾਅਦ ਧਰਮ, ਜਿਸਨੇ ਜੋ ਧਰਮ ਪੂਜਣਾ, ਨਹੀਂ ਵੀ ਕੋਈ ਧਰਮ ਪੂਜਣਾ, ਸਾਰੀਆਂ ਆਜ਼ਾਦੀਆਂ ਦਿੱਤੀਆਂ ਗਈਆਂ, ਕੋਈ ਫਰਕ ਨਹੀਂ ਕੀਤਾ ਗਿਆ। ਅਗਲੀ ਚੀਜ਼ ਆ ਬਰਾਬਰੀ। ਦੇਖੋ ਤੁਹਾਡੇ ਸੰਵਿਧਾਨ ਦੇ ਅੰਦਰ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਲੋਕਾਂ ਦਾ ਰੁਤਬਾ, ਜਿਹੜਾ ਉਹਨਾਂ ਦਾ ਸਟੇਟਸ ਹੈਗਾ ਤੇ ਲੋਕਾਂ ਨੂੰ ਮੌਕੇ, ਇਹ ਦੋਨੋਂ ਚੀਜ਼ਾਂ ਬਰਾਬਰੀ ਦੇ ਨਾਲ ਮਿਲੇ। ਪਰ ਇਹ 'ਚ ਇੱਕ ਚੀਜ਼ ਸਮਝਣ ਵਾਲੀ ਹੈ, ਉਹ ਇਹ ਹੈ ਕਿ ਆਹ 2 ਸ਼ਬਦਾਂ 'ਚ ਫਰਕ ਕੀ ਹੁੰਦਾ। ਆਪਣਾ ਜਿਹੜਾ ਸੰਵਿਧਾਨ ਹੈ, ਉਹ ਬਰਾਬਰਤਾ, ਜਿਹੜੀ ਇਕੁਐਲਿਟੀ ਆ, ਉਹ ਤੋਂ ਵੱਧ ਕੇ ਇੱਕ ਕਨਸੈਪਟ ਦੇਣ ਦੀ ਕੋਸ਼ਿਸ਼ ਕਰਦਾ, ਉਹ ਹੈਗਾ ਨਿਰਪੱਖਤਾ। ਦੇਖੋ ਜੇ ਆਪਣੀ ਭਾਰਤ ਦੀ ਸਰਕਾਰ 1950 'ਚ ਇਹ ਕਹਿ ਦਿੰਦੀ, ਅੱਜ ਤੋਂ ਮੇਰੇ ਲਈ ਸਭ ਬਰਾਬਰ ਹੈ, ਕੀ ਸਮਾਜ ਆਪਣਾ ਐਕਚੁਅਲੀ ਬਰਾਬਰ ਹੋ ਜਾਂਦਾ ਹੈ? ਨਹੀਂ, ਸਮਾਜ ਤਾਂ ਪਹਿਲਾਂ ਹੀ ਬਹੁਤ ਸਾਰੇ ਫਰਕ ਸੀਗੇ। ਔਰਤਾਂ ਨੂੰ ਬਾਹਰ ਪੜ੍ਹਨ ਨਹੀਂ ਜਾਣ ਦਿੰਦੇ ਸੀ, ਠੀਕ ਹੈ, ਕਾਸਟ ਦੇ ਫਰਕ ਕਿੰਨੇ ਸੀਗੇ, ਧਰਮ, ਹੁਣੇ ਆਪਣਾ ਭਾਰਤ ਦਾ ਬਟਵਾਰਾ ਹੋ ਕੇ ਹਟਿਆ ਸੀ 1947 'ਚ, ਤਾਂ ਲੋਕਾਂ 'ਚ ਧਰਮ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਉਹ ਸੀਗਾ। ਤਾਂ ਇੱਦਾਂ ਦੇ ਹਾਲਾਤ 'ਚ ਜਿਹੜੇ ਬੰਦੇ ਤਾਂ ਪਹਿਲਾਂ ਹੀ ਐਡਵਾਂਟੇਜ 'ਚ ਆ, ਉਹਨਾਂ ਨੂੰ ਤਾਂ ਸਭ ਤੋਂ ਜ਼ਿਆਦਾ ਫੈਸਿਲਿਟੀਆਂ ਮਿਲ ਜਾਂਦੀਆਂ। ਪਰ ਜਿਹੜੇ ਬੰਦੇ ਐਡਵਾਂਟੇਜ 'ਚ ਹੈ ਹੀ ਨਹੀਂ, ਜਿਨ੍ਹਾਂ ਨੂੰ ਹਜੇ ਸਪੋਰਟ ਦੀ ਲੋੜ ਹੈ ਸ਼ਾਇਦ ਐਡਵਾਂਟੇਜ ਤੱਕ ਪਹੁੰਚਣ ਲਈ, ਉਹਨਾਂ ਨੂੰ ਵੀ ਸਪੋਰਟ ਰਹਿ ਜਾਂਦੀ, ਕਿਉਂਕਿ ਭਾਰਤ ਸਰਕਾਰ ਜੇ ਸਿਰਫ ਇਹ ਕਹਿੰਦੀ ਮੇਰੇ ਲਈ ਸਭ ਬਰਾਬਰ ਹੈ, ਮੈਂ ਅੱਜ ਤੋਂ ਕਾਲਜ ਤੇ ਲੈਟਸ ਸਪੋਜ਼ ਐਡਮਿਸ਼ਨ ਸ਼ੁਰੂ ਕਰਦਾ, ਕਾਲਜ ਦੀ ਐਡਮਿਸ਼ਨ ਸ਼ੁਰੂ ਕੀਤੀ, ਮੈਂ ਕਹਿੰਦਾ ਜਿਹੜਾ ਬੰਦਾ ਆ ਗਿਆ ਬਸ ਮੈਂ ਉਹਨੂੰ ਐਡਮਿਸ਼ਨ ਦੇ ਦੂੰਗਾ। ਹੁਣ ਜੇ ਔਰਤਾਂ ਨੂੰ ਘਰੋਂ ਬਾਹਰ ਹੀ ਨਹੀਂ ਨਿਕਲਣ ਦਿੰਦੇ, ਜਾਂ ਔਰਤਾਂ ਦੇ ਨੰਬਰ ਹੀ ਉਨੇ ਚੰਗੇ ਨਹੀਂ ਆ ਰਹੇ ਕਿਉਂਕਿ ਉਹਨਾਂ ਦੇ ਘਰ ਦਾ ਪ੍ਰੈਸ਼ਰ ਵੀ ਪਾਇਆ ਹੋਇਆ, ਤਾਂ ਉਹ ਤਾਂ ਆਪਣੇ ਆਪ ਹੀ ਪਿਛੜੇ ਹੋਏ ਆ। ਜੇ ਉਹੀ ਹੁਣ ਮੈਂ ਔਰਤਾਂ ਨੂੰ, ਜਿਵੇਂ ਹੁਣ ਤੁਹਾਡੇ ਪੀਪੀਐਸਸੀ ਨੇ ਔਰਤਾਂ ਨੂੰ 33% ਰਿਜ਼ਰਵੇਸ਼ਨ ਵੀ ਦਿੱਤੀ, ਉਹ ਇਸੇ ਲਈ ਦਿੱਤੀ ਹੈ ਕਿਉਂਕਿ ਉਹ ਪਿਛੜਿਆ ਹੋਇਆ ਵਰਗ ਹੈ ਜਿਹਨੂੰ ਸਰਕਾਰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਤਾਂ ਆਪਣੇ ਇੱਥੇ ਕੋਸ਼ਿਸ਼ ਹੁੰਦੀ ਹੈ ਨਿਰਪੱਖਤਾ ਦੀ। ਇਹਦਾ ਮਤਲਬ ਹੈ ਕਿ ਜਿਹੜੇ ਬੰਦੇ ਬਰਾਬਰੀ ਹੋਵੇ, ਸਾਰੇ ਸਮਾਜ ਦੀ ਬਰਾਬਰੀ ਨਾ ਹੋਵੇ। ਹੁਣ ਮੈਂ ਤੁਹਾਨੂੰ ਇਹਦਾ ਐਗਜ਼ਾਮਪਲ ਦੱਸ ਦਿੰਦਾ, ਜਿਵੇਂ 3 ਬੰਦੇ ਆ, 4 ਬੰਦੇ ਲਗਾ ਲਓ, ਚਲੋ ਏ ਤੇ ਬੀ ਜਿਹੜੇ ਸੀਗੇ, ਇਹ ਦੋਨੋਂ ਅਮੀਰ ਹੈ, ਠੀਕ ਹੈ, ਇਹਨਾਂ ਕੋਲ ਬਹੁਤ ਪੈਸਾ ਹੈ। ਸੀ ਤੇ ਡੀ ਅਮੀਰ ਪਰਿਵਾਰ ਤੋਂ ਨਹੀਂ ਹੈ। ਹੁਣ ਮੈਂ ਕਾਲਜ ਦੀ ਸਕਾਲਰਸ਼ਿਪ ਓਪਨ ਕਰਦਾ ਕਿ ਸਕਾਲਰਸ਼ਿਪ ਮਿਲਣੀ ਚਾਹੀਦੀ ਹੈ। ਏ ਦੇ ਨੰਬਰ ਮੰਨ ਲਓ ਕਿ 85% ਏ ਦੇ ਨੰਬਰ ਆਏ ਆ, ਬੀ ਦੇ 83% ਆਏ ਆ, ਸੀ ਦੇ 60% ਆਏ ਆ ਤੇ ਡੀ ਦੇ 65% ਆਏ ਆ, ਠੀਕ ਹੈ, ਇਦਾਂ ਮੰਨ ਲਓ ਕਿ ਆਹ ਨੰਬਰ ਆਏ ਹੋਏ ਆ। ਹੁਣ ਜੇ ਮੈਂ ਕਹਾਂ ਕਿ ਦੇਖੋ ਜਿਹੜਾ ਬੰਦਾ ਜਿਹਦੇ ਸਭ ਤੋਂ ਜ਼ਿਆਦਾ ਨੰਬਰ ਆਣਗੇ ਉਹਨੂੰ ਮੈਂ ਸਕਾਲਰਸ਼ਿਪ ਦੇ ਦੂੰਗਾ, ਹੁਣ ਗੱਲ ਕੀ ਇਦਾਂ ਦਾ, ਫਿਰ 85% ਨੂੰ ਮਿਲ ਜਾਣੇ। ਆਪਣੇ ਆਪ ਸਹੀ ਵੀ ਲੱਗਦਾ ਕਿ ਹਾਂ ਚਲੋ ਅਗਲੇ ਬੰਦੇ ਨੇ ਸਭ ਤੋਂ ਨੰਬਰ ਲਏ, ਇਹਨੂੰ ਸਕਾਲਰਸ਼ਿਪ ਮਿਲ ਜਾਏ। ਪਰ ਗੱਲ ਕੀ ਹੈ, ਜੇ ਇਹਨੂੰ ਸਕਾਲਰਸ਼ਿਪ ਨਾ ਵੀ ਮਿਲੀ, ਇੱਕ ਚੀਜ਼ ਸੋਚੋ, ਇਹਨੂੰ ਸਕਾਲਰਸ਼ਿਪ ਨਾ ਵੀ ਮਿਲੀ, ਇਹ ਬੰਦੇ ਦੀ ਪੜ੍ਹਾਈ ਥੋੜੀ ਛੁੱਟ ਜੂਗੀ, ਇਹ ਬੰਦਾ ਤਾਂ ਵੀ ਪੜ੍ਹ ਜੂਗਾ ਕਿਉਂਕਿ ਪੈਸੇ ਤਾਂ ਹੈਗੇ ਹੀ ਉਹਦੇ ਕੋਲੇ, ਉਹ ਵੈਸੇ ਐਡਮਿਸ਼ਨ ਲੈ ਲੂਗਾ, ਠੀਕ ਹੈ। ਸਕਾਲਰਸ਼ਿਪ ਦੀ ਉਹਨੂੰ ਇਨ ਸੈਂਸ ਜ਼ਰੂਰਤ ਨਹੀਂ, ਉਹਨੂੰ ਸਿਰਫ ਐਡਮਿਸ਼ਨ ਦੀ ਜ਼ਰੂਰਤ ਹੈ। ਪਰ ਜੇ ਸੀ ਜਾਂ ਡੀ ਨੂੰ ਐਡਮਿਸ਼ਨ ਨਾ, ਮਤਲਬ ਸਕਾਲਰਸ਼ਿਪ ਨਾ ਮਿਲੀ, ਇਹ ਸ਼ਾਇਦ ਪੜ੍ਹ ਹੀ ਨਾ ਪਾਣ, ਤੇ ਇਹਦੇ ਲਈ ਜ਼ਰੂਰੀ ਹੈ ਕਿ ਇਹਨਾਂ ਨੂੰ ਸਕਾਲਰਸ਼ਿਪ ਮਿਲੇ। ਹੁਣ ਸਕਾਲਰਸ਼ਿਪ ਜੇ ਇੱਕ ਹੈ ਤਾਂ ਹੁਣ ਇਹਨਾਂ ਵਿੱਚੋਂ ਜਿਹਦੇ ਬੰਦੇ ਦੇ ਜ਼ਿਆਦਾ ਨੰਬਰ ਹੈ ਉਹਨੂੰ ਸਕਾਲਰਸ਼ਿਪ ਮਿਲੂਗੀ। ਤਾਂ ਆਪਾਂ ਕੀ ਕਰਦੇ, ਜਿਹੜੇ ਬੰਦੇ ਬਰਾਬਰ, ਆਹ ਦੋਨੋਂ ਅਮੀਰ ਹੈ ਇਹਨਾਂ ਨੂੰ ਬਰਾਬਰ ਟਰੀਟ ਕਰੋ, ਤੇ ਆਹ ਦੋਨੋਂ ਗਰੀਬ ਹੈ ਇਹਨਾਂ ਨੂੰ ਬਰਾਬਰ ਟਰੀਟ ਕਰੋ। ਇਹਨਾਂ ਵਿੱਚੋਂ ਕੱਢੋ ਕੌਣ ਸਭ ਤੋਂ ਅੱਗੇ ਆ। ਇਹ ਆਪਣੇ ਸੰਵਿਧਾਨ ਦੀ ਕੋਸ਼ਿਸ਼ ਹੈ ਸਾਰਿਆਂ ਨੂੰ ਦੇਣ ਦੀ, ਠੀਕ ਹੈ, ਕਿ ਆਪਾਂ ਇਦਾਂ ਦਾ ਸਿਸਟਮ ਕ੍ਰੀਏਟ ਕਰੀਏ, ਠੀਕ ਹੈ, ਇਹ ਆਪਣੀ ਕੋਸ਼ਿਸ਼ ਹੈ। ਹੁਣ ਆਖਰੀ ਵਿੱਚ ਜਾਂਦੇ ਹੋਏ, ਆਪਣੇ ਇੱਥੇ ਇਹ ਸਭ ਕੁਝ ਇਸ ਲਈ ਕਰ ਰਹੇ ਹਾਂ ਤਾਂ ਕਿ ਭਾਈਚਾਰਾ ਬਣਿਆ ਰਵੇ, ਤੇ ਇਸ ਚੀਜ਼ ਨਾਲ ਆਪਣੇ ਭਾਰਤ ਦੀ ਏਕਤਾ ਤੇ ਅਖੰਡਤਾ ਬਣੀ ਰਵੇ, ਤਾਂ ਹੀ ਆਪਣਾ ਭਾਰਤ ਜੁੜਿਆ ਰਹੂਗਾ। ਜੇ ਲੋਕਾਂ ਨੂੰ ਇਹ ਲੱਗੂਗਾ ਕਿ ਆਪਾਂ ਇਸੇ ਦੇਸ਼ ਦੇ ਹਾਂ ਤੇ ਦੇਸ਼ ਆਪਣੇ ਬਾਰੇ ਸੋਚ ਰਿਹਾ, ਠੀਕ ਹੈ, ਤੇ ਇਹੀ ਸਾਰੀ ਚੀਜ਼ ਦੀ ਕੋਸ਼ਿਸ਼ ਹੈ ਕਿ ਸਾਰੇ ਲੋਕ ਬਰਾਬਰ ਮੰਨਣ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਇੱਥੇ ਦੱਸਣਾ ਚਾਹੁੰਦਾ, ਦੇਖੋ ਤੁਹਾਨੂੰ ਕਦੀ ਪੇਪਰ 'ਚ ਇੱਕ ਹੁਣ ਅਗਲਾ ਜਿਹੜਾ ਕੁਐਸਚਨ ਆ ਸਕਦਾ, ਉਹ ਇਹ ਆ ਸਕਦਾ ਹੈ ਕਿ 1950 ਵਿੱਚ ਜਿਹੜਾ ਆਪਣਾ ਪ੍ਰਸਤਾਵਨਾ ਹੈ, ਇਹ ਕਿੱਦਾਂ ਦਾ ਦਿਖਦਾ ਸੀ। ਦੇਖੋ ਇਹ ਸਾਰੇ ਸ਼ਬਦ ਬਿਲਕੁਲ ਸਟਾਰਟਿੰਗ ਤੋਂ ਨਹੀਂ ਸੀ, ਆਪਾਂ 1950 ਜਿਹੜਾ ਲਾਗੂ ਕੀਤਾ ਸੀ, ਉਦੋਂ ਬਾਅਦ ਇਹ 'ਚ ਇੱਕ ਵਾਰੀ ਨਾ ਸੋਧ ਕੀਤਾ ਗਿਆ। ਉਹ ਸੋਧ ਦਾ ਨੰਬਰ ਵੀ ਤੁਹਾਨੂੰ ਯਾਦ ਰੱਖਣਾ ਜ਼ਰੂਰੀ ਹੈ, 42 ਸੰਵਿਧਾਨਕ ਸੋਧ।
ਇਸ ਸੋਧ ਨਾਲ ਆਪਾਂ 3 ਸ਼ਬਦ ਬਾਅਦ 'ਚ ਐਡ ਕੀਤੇ 1950s ਨਹੀਂ ਹੋਏ, ਇਹ ਹੋਈ ਸੀ 1976 ਇਹ 3 ਸ਼ਬਦ ਬਾਅਦ 'ਚ ਐਡ ਕੀਤੇ ਗਏ। ਕਿਹੜੇ-ਕਿਹੜੇ ਸ਼ਬਦ ਸੀ ਇਹ ਤੁਹਾਨੂੰ ਯਾਦ ਰੱਖਣਾ ਜ਼ਰੂਰੀ ਆ। ਸਮਾਜਵਾਦੀ, ਧਰਮ ਨਿਰਪੱਖ ਤੇ ਆਹ ਅਖੰਡਤਾ। ਇਹ 3 ਸ਼ਬਦ ਆਪਣੇ ਓਰੀਜਨਲੀ ਨਹੀਂ ਸੀ। ਤਾਂ ਤੁਹਾਨੂੰ ਕਦੀ ਕੁਐਸਚਨ ਆ ਸਕਦਾ 1950 'ਚ ਕਿਹੜੇ-ਕਿਹੜੇ ਸ਼ਬਦ ਨਹੀਂ ਸੀ ਜਾਂ ਇਹ ਆ ਸਕਦਾ ਕਿ 76 42nd ਅਮੈਂਡਮੈਂਟ ਨਾਲ ਕਿਹੜੇ-ਕਿਹੜੇ ਪਾਏ ਗਏ ਆ ਜਾਂ ਤੁਹਾਡੇ ਅੱਜ ਤੱਕ ਪ੍ਰਸਤਾਵਨਾ 'ਚ ਕਿੰਨੀ ਵਾਰੀ ਅਮੈਂਡਮੈਂਟ ਹੋਈ ਹੈ, ਇੱਕੋ ਵਾਰੀ ਹੋਈ ਹੈ, ਕਿਹੜੀ ਨੰਬਰ ਦੀ ਹੋਈ ਹੈ, ਇਹ ਆ ਸਕਦਾ ਤੁਹਾਨੂੰ ਇਹ ਸਾਰੀ ਚੀਜ਼ਾਂ ਯਾਦ ਰੱਖਣੀਆਂ ਪੈਣੀਆਂ। ਹੁਣ ਆਖਰੀ ਵਿੱਚ ਜਾਂਦੇ ਹੋਏ ਤੁਹਾਡੇ ਇਹਦੇ ਅੰਦਰ ਜੋ ਸਭ ਤੋਂ ਇੰਪੋਰਟੈਂਟ ਪ੍ਰਸਤਾਵਨਾ ਦੇ ਅੰਦਰ ਜੋ ਚੀਜ਼ ਲਿਖੀ ਹੋਈ ਹੈ ਨਾ, ਉਹ ਇਹ ਵੀ ਲਿਖੀ ਹੋਈ ਹੈ ਕਿ ਆਪਣਾ ਸੰਵਿਧਾਨ ਬਣ ਕੇ ਕਦੋਂ ਤਿਆਰ ਹੋ ਗਿਆ ਸੀ, ਕਿਉਂਕਿ ਇਹ ਆਖਰੀ ਦਿਨ ਪਾਇਆ ਗਿਆ ਸੀ ਤੁਹਾਡੇ ਸੰਵਿਧਾਨ ਦੇ ਅੰਦਰ। ਉਹ ਸੀਗਾ ਤੁਹਾਡਾ 26 ਨਵੰਬਰ 1949 26 ਨਵੰਬਰ 1949 ਇਹ ਡੇਟ ਨੂੰ ਤੁਹਾਡਾ ਸੰਵਿਧਾਨ ਨਵੰਬਰ 1949 ਇਦਣ ਤੁਹਾਡਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ। ਠੀਕ ਹੈ, ਤੇ ਉਹ ਉਦਣ ਆਪਾਂ ਇਹਨੂੰ ਆਪਣੇ ਆਪ ਨੂੰ ਦਿੱਤਾ, ਲਾਗੂ ਕੀਤਾ। ਇਸ ਚੀਜ਼ ਲਾਗੂ ਇਹ ਬਾਅਦ ਚ ਹੋਏ ਸੀ, ਆਪਣੇ ਆਪ ਨੂੰ ਇਨੈਕਟ ਕਰਨ ਦਾ ਵੀ ਮਤਲਬ ਲਾਗੂ ਹੀ ਹੁੰਦਾ, ਪਰ ਜਿਹੜਾ ਪੂਰੀ ਤਰੀਕੇ ਨਾਲ ਲਾਗੂ ਕੀਤਾ ਗਿਆ ਸੀ ਨਾ ਇਦਣ ਹਜੇ ਕੁਝ ਚੀਜ਼ਾਂ ਹੀ ਲਾਗੂ ਕੀਤੀਆਂ ਗਈਆਂ। ਆਪਾਂ ਪੂਰੀ ਚੀਜ਼ ਜਿਹੜੀ ਹੈਗੀ ਹੈ 26 ਜਨਵਰੀ ਜਿਹਨੂੰ ਆਪਾਂ ਰਿਪਬਲਿਕ ਡੇ ਮਨਾਉਂਦੇ 2 ਮਹੀਨੇ ਬਾਅਦ ਲਾਗੂ ਕੀਤਾ। ਉਹਦਾ ਕੀ ਕਾਰਨ ਸੀ ਉਹ ਆਪਾਂ ਹਿਸਟਰੀ ਵਿੱਚ ਵੀ ਪੜਾਂਗੇ, ਜਿਹੜਾ ਆਪਣੀ ਅਗਲੀ ਐਨਸੀਈਆਰਟੀ ਸ਼ੁਰੂ ਹੋਣਗੇ ਬਸ ਹੁਣ ਟੈਸਟ ਤੋਂ ਬਾਅਦ। ਠੀਕ ਹੈ, ਤੇ ਉਹਦਾ ਕਾਰਨ ਮੈਂ ਤੁਹਾਨੂੰ ਵੈਸੇ ਵੀ ਦੱਸ ਦਿੰਦਾ ਕਿ 26 ਜਨਵਰੀ 1930 ਦੀ ਗੱਲ ਹੈ। ਠੀਕ ਹੈ, 26 ਜਨਵਰੀ 1930 ਨੂੰ ਤੁਹਾਡੇ ਜਵਾਹਰ ਲਾਲ ਨਹਿਰੂ ਨੇ ਰਾਵੀ ਦੇ ਕੰਢੇ ਲਾਹੌਰ ਵਿੱਚ ਤੁਹਾਡੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਗਾ ਕੇ ਕਿਹਾ ਸੀ ਕਿ ਅੱਜ ਤੋਂ ਆਪਣੀ ਲੜਾਈ ਸ਼ੁਰੂ ਹੁੰਦੀ ਹੈ ਪੂਰਨ ਸਵਰਾਜ ਦੀ, ਕਿ ਅੱਜ ਤੋਂ ਆਪਾਂ ਫੁੱਲ ਇੰਡੀਪੈਂਡੈਂਸ ਅਚੀਵ ਕਰਨ ਲਈ ਲੜਨਾ ਹੈ। ਤਾਂ ਉਹ ਜਿਹੜੀ ਲੜਾਈ ਸੀ ਉਹਦੇ ਲਈ ਇਹ ਸਾਰੀ ਦੀ ਸਾਰੀ ਚੀਜ਼ ਕੀਤੀ ਗਈ ਸੀ, ਤੇ ਇਸ ਲਈ ਉਹ ਡੇਟ ਤਾਂ ਕਿ ਆਉਣ ਵਾਲੀ ਜਨਰੇਸ਼ਨ ਵੀ ਯਾਦ ਰੱਖਣ, ਇਸ ਲਈ ਉਸ ਡੇਟ ਨੂੰ ਆਪਾਂ ਆਪਣਾ ਸੰਵਿਧਾਨ ਲਾਗੂ ਕਰਨ ਦਾ ਸੋਚਿਆ, ਜਿਹਨੂੰ ਆਪਾਂ ਹੁਣ ਰਿਪਬਲਿਕ ਡੇ ਦੇ ਤੌਰ ਤੇ ਮਨਾਉਂਦੇ ਹਾਂ। ਕਿਉਂਕਿ ਸੰਵਿਧਾਨ ਲਾਗੂ ਹੋਇਆ, ਭਾਰਤ ਇੱਕ ਰਿਪਬਲਿਕ ਬਣਿਆ, ਪ੍ਰੈਜ਼ੀਡੈਂਟ ਦੀ ਪੋਸਟ ਤਾਂ ਹੀ ਉਦੋਂ ਪ੍ਰੈਜ਼ੀਡੈਂਟ ਸਲੂਟ ਦਿੰਦਾ ਹੁੰਦਾ। ਤੁਸੀਂ ਅਗਲੀ ਵਾਰੀ ਨੋਟਿਸ ਕਰਿਓ, ਇੰਡੀਪੈਂਡੈਂਸ ਡੇ ਦੇ ਦਿਨ ਤੁਹਾਡੇ ਪ੍ਰਾਈਮ ਮਿਨਿਸਟਰ ਹੁੰਦੇ ਆ ਰੈੱਡ ਫੋਰਟ ਤੇ ਰਾਜਪਥ ਤੇ 26 ਜਨਵਰੀ ਨੂੰ ਉਦੋਂ ਤੁਹਾਡੇ ਰਾਸ਼ਟਰਪਤੀ ਹੀ ਹੁੰਦੇ ਆ, ਕਿਉਂਕਿ ਉਹੀ ਰਿਪਬਲਿਕ ਵਰਡ ਉਹਨਾਂ ਨਾਲ ਜੁੜਿਆ ਹੋਇਆ ਜੇ ਤੁਹਾਨੂੰ ਯਾਦ ਹੋਵੇ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ ਚੀਜ਼ ਯਾਦ ਰੱਖਿਓ। ਇਹ ਸੀਗਾ ਇਹ ਲੈਕਚਰ ਤੇ ਐਨਸੀਈਆਰਟੀ ਰਾਜਨੀਤੀ ਇੱਥੇ ਖਤਮ ਹੁੰਦੀ ਆ। ਅਗਲੇ 2 ਲੈਕਚਰ ਆਪਾਂ ਯੂਜ਼ ਕਰਾਂਗੇ ਜੀਓਗ੍ਰਾਫੀ ਲਈ, ਤੇ ਉਹ 'ਚ ਜੀਓਗ੍ਰਾਫੀ ਆਫ